ਸਟੇਟ ਸੈਕਟਰ ਹੈ ਉਹ ਕੱਲਾ ਪੰਜਾਬ ਨਹੀਂ ਬਿਲਕੁਲ ਸਾਰੇ ਵਰਲਡ ਦੇ ਵਿੱਚ ਹੀ ਬਹੁਤ ਜ਼ਿਆਦਾ ਬਲੂਮ ਕਰ ਰਿਹਾ ਕਿਉਂਕਿ ਉਹ ਇੱਕ ਰੀਅਲ ਇਨਵੈਸਟਮੈਂਟ ਹੈ ਔਰ ਲਾਈਫ ਟਾਈਮ ਇਨਵੈਸਟਮੈਂਟ ਦੀ ਜਦੋਂ ਜਿੱਥੇ ਗੱਲ ਆਉਂਦੀ ਹੈ ਉਦੋਂ ਟਰਸਟ ਦੀ ਬੜੀ ਵੱਡੀ ਗੱਲ ਆ ਜਾਂਦੀ ਹੈ ਤੇ ਜਦੋਂ ਟਰਸਟ ਦੀ ਗੱਲ ਆਉਂਦੀ ਹੈ ਤੇ ਦਸ਼ਮੇਸ਼ ਪ੍ਰਾਪਰਟੀ ਦਾ ਨਾਂ ਸਾਡੇ ਇਸ ਖੇਤੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ। ਪਹਿਲਾਂ ਤਾਂ ਮੈਂ ਦਸ਼ਮੇਸ਼ ਬੱਬੂ ਜੀ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਉਪਰਾਲਾ ਕੀਤਾ, ਇੱਕ ਛੱਤ ਥੱਲੇ ਬਹੁਤ ਸਾਰੇ ਪ੍ਰੋਜੈਕਟਾਂ ਦੇ ਜਿਹੜੇ ਟੀਮ ਹੈ ਉਹ ਲਿਆਂਦੇ ਔਰ ਲੋਕਾਂ ਨੂੰ ਅਵੇਅਰਨੈਸ ਹੋ ਰਹੀ ਹੈ ਇਸ ਪ੍ਰੋਜੈਕਟ ਬਾਰੇ, ਸਾਰੇ ਪ੍ਰੋਜੈਕਟਾਂ ਬਾਰੇ, ਸ਼ਿਮਲਾ ਦੇ ਚਾਹੇ ਦਿੱਲੀ ਦੇ ਚਾਹੇ ਲੁਧਿਆਣੇ ਦੇ, ਉਹ ਪ੍ਰੋਜੈਕਟਾਂ ਵਾਲੇ ਅਵੇਅਰਨੈਸ ਹੋ ਰਹੀ ਹੈ। ਜਿਵੇਂ ਦਸ਼ਮੇਸ਼ ਭਾਜੀ ਨੇ ਮੈਂ ਵੀ ਇਹਨਾਂ ਤੋਂ ਕੁਝ ਸਾਲਾਂ ਤੋਂ ਜੁੜੇ ਹਾਂ, ਮੈਂ ਇਹਨਾਂ ਤੋਂ ਦੁਬਈ 'ਚ ਵੀ ਲਿੱਤੀ ਹੈ ਪ੍ਰੋਪਰਟੀ, ਇਨਵੈਸਟ ਕੀਤੀ ਹੈ ਤੇ ਮੈਂ ਤਾਂ ਅੱਜ ਤੱਕ ਦੁਬਈ ਦੀ ਸ਼ਕਲ ਹੀ ਨਹੀਂ ਦੇਖੀ। ਇਹ ਆਪ ਹੀ ਮੈਨੂੰ ਕਹਿ ਦਿੰਦੇ ਜੀ ਇੰਨੇ ਵੱਧ ਗਏ ਇੰਨੇ ਘਟ ਗਏ, ਕਹਾਣੀ ਖਤਮ ਹੋ ਗਈ। ਦਸ਼ਮੇਸ਼ ਪ੍ਰਾਪਰਟੀ ਤੇ ਇਹਦਾ ਵਿਸ਼ਵਾਸ ਬਣਿਆ ਹੋਇਆ, ਇੱਕ ਵਿਸ਼ਵਾਸ ਦਾ ਨਾਮ ਦੂਜਾ ਦਸ਼ਮੇਸ਼ ਪ੍ਰਾਪਰਟੀ ਹੈ। ਜੇ ਆਪਾਂ ਗੱਲ ਕਰੀਏ ਤਾਂ ਜੇ ਦਰਸ਼ਕਾਂ ਨੇ ਆਪਣੀ ਹਾਰਡ ਐਂਡ ਮਨੀ ਪੈਸੇ ਇਨਵੈਸਟ ਕਰਨੇ ਹੋਣ ਤੁਹਾਡੇ ਕੋਲ ਆਣ, ਤੁਸੀਂ ਉਹਨਾਂ ਨੂੰ ਕੀ ਰਿਕਮੈਂਡ ਕਰੋਗੇ ਕਿ ਉਹ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨ, ਰੈਜ਼ੀਡੈਂਸ਼ੀਅਲ ਪ੍ਰੋਜੈਕਟ ਕਰਨ, ਕਮਰਸ਼ੀਅਲ ਕਰਨ, ਤਾਂ ਕਿ ਉਹਨਾਂ ਨੂੰ ਜਿਹੜੀ ਐਪਰੀਸੀਏਸ਼ਨ ਹੈ ਉਹ ਚੰਗੀ ਮਿਲੇ? ਸਾਰਿਆਂ ਨਾਲੋਂ ਪਹਿਲਾਂ ਤਾਂ ਇਨਵੈਸਟਮੈਂਟ ਤੋਂ ਪਹਿਲਾਂ ਧਰਤੀ ਨੂੰ ਮਾਂ ਸਮਝ ਕੇ ਇਨਵੈਸਟ ਕਰੋਗੇ ਤਾਂ ਇਨਵੈਸਟਮੈਂਟ ਕਈ ਟਾਈਮ ਜ਼ਿਆਦਾ ਹੋ ਜਾਂਦੀ ਹੈ ਕਿ ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਵਿਲਾ, ਫਲੈਟ, ਪਲਾਟ ਹਰ ਚੀਜ਼ ਵਿਕਦੀ ਹੈ ਦੁਨੀਆ ਦੇ ਹਰ ਕੋਨੇ 'ਤੇ, ਪਰ ਜਿਹੜੀ ਇਨਵੈਸਟਮੈਂਟ ਰੀਅਲ ਸਟੇਟ ਦੇ ਵਿੱਚ ਹੋ ਜਾਂਦੀ ਹੈ ਉਹ ਸਹੀ ਇਨਵੈਸਟਮੈਂਟ ਸਹੀ ਡੀਲਰ ਦੇ ਰਾਹੀਂ ਪ੍ਰੋਪਰ ਚੈਨਲ ਨਾਲ ਕੀਤੀ ਜਾਵੇ ਤਾਂ ਉਹ ਕਦੇ ਵੀ ਡਾਊਨ ਨਹੀਂ ਜਾਂਦੀ। ਲੋਕਾਂ ਨੂੰ ਹੁੰਦਾ ਹੈ ਕਿ ਚਲੋ ਜੀ ਇਨਵੈਸਟਮੈਂਟ ਪੁਆਇੰਟ ਆਫ ਵਿਊ ਨਾਲ ਵੀ ਹੁੰਦਾ ਹੈ ਕਿ ਹੌਲੀਡੇ ਦਾ ਹੌਲੀਡੇ ਹੋ ਗਿਆ, ਟ੍ਰਿਪ ਹੋ ਗਿਆ ਤੇ ਨਾਲ ਦੇ ਨਾਲ ਇੱਕ ਪ੍ਰਾਪਰਟੀ ਵੀ ਨਾਲ ਆਈ ਜਾਂਦੀ ਹੈ। ਬਹੁਤ ਅੱਛਾ ਉਪਰਾਲਾ ਹੈ ਇਹ ਬੱਬੂ ਜੀ ਵੱਲੋਂ। ਇਹਨਾਂ ਨੇ ਇੱਕ ਪਲੇਟਫਾਰਮ ਦੇ ਥੱਲੇ ਇਹਨੇ ਵੇਰੀਅਸ ਪ੍ਰੋਜੈਕਟ ਜਿਹੜੇ ਆਏ ਆ ਲੋਕਾਂ ਨੂੰ ਇੱਕੋ ਹੀ ਜਗ੍ਹਾ 'ਤੇ ਆ ਕੇ ਅਲੱਗ-ਅਲੱਗ ਟੇਬਲਸ 'ਤੇ ਬਕਾਇਦਾ ਤੌਰ 'ਤੇ ਉਹਨਾਂ ਦੀ ਵੀਡੀਓਗ੍ਰਾਫੀ ਵੀ ਹੈ ਔਰ ਪ੍ਰੋਜੈਕਟਸ ਦੇ ਸੇਲੀਅੰਟ ਫੀਚਰਸ ਵੀ ਹੈ, ਨਵੇਂ ਪ੍ਰੋਜੈਕਟ ਹੈ ਅਤੇ ਮੈਂ ਮੁਬਾਰਕਬਾਦ ਦੇਣਾ ਅਤੇ ਇਹੋ ਜਿਹਾ ਕੰਮ ਅੱਗੋਂ ਵੀ ਕਰਦੇ ਰਹਿਣ, ਲੋਕਾਂ ਨੂੰ ਸਹੂਲੀਅਤ ਵੀ ਮਿਲਦੀ ਰਹੇ ਔਰ ਜਿਹੜੇ ਕਾਰੋਬਾਰੀ ਬੰਦੇ ਆ ਉਹਨਾਂ ਨੂੰ ਕਾਰੋਬਾਰ ਕਰਨ 'ਚ ਵੀ ਇਹਦੇ 'ਚ ਬਹੁਤ ਮਦਦ ਮਿਲੇ। ਜਦੋਂ ਵੀ ਜ਼ਿਕਰ ਹੁੰਦਾ ਹੈ ਇਨਵੈਸਟਮੈਂਟ ਦਾ ਤਾਂ ਪ੍ਰਾਪਰਟੀ, ਰੀਅਲ ਸਟੇਟ ਹਮੇਸ਼ਾ ਦਿਮਾਗ 'ਚ ਪਹਿਲਾਂ ਆਉਂਦਾ ਹੈ, ਲੇਕਿਨ ਮਨ ਕਹਿੰਦਾ ਹੈ ਕਿ ਕੀ ਇਹ ਸੇਫ ਹੈ, ਸੇਫ ਐਂਡ ਸਾਊਂਡ ਹੈ, ਤੁਹਾਡੀ ਹਾਰਡ ਐਂਡ ਮਨੀ ਹੈ, ਮਿਹਨਤ ਦੀ ਕਮਾਈ ਹੈ, ਕਿਤੇ ਫਸ ਤਾਂ ਨਹੀਂ ਜਾਣਗੇ ਪੈਸੇ, ਕਿਤੇ ਕਮਾਈ ਖਰਾਬ ਤਾਂ ਨਹੀਂ ਹੋ ਜੂਗੀ? ਪਰ ਜੀ ਨਹੀਂ, ਜੇ ਤੁਸੀਂ ਅਪਰੂਵਡ ਕਿਸੇ ਪ੍ਰਾਪਰਟੀ ਵਾਲੇ ਕੋਲ ਜਾਂਦੇ ਹੋ ਤਾਂ ਜ਼ਰੂਰ ਉਹ ਤੁਹਾਡੇ ਪੈਸਿਆਂ ਨੂੰ ਦੁੱਗਣਾ ਚੁਗਣਾ ਕਰ ਦਿੱਤਾ ਹੈ। ਤੇ ਜੇ ਇਹੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ 'ਚ ਇੱਕ ਨਾਮ ਹੈ ਦਸ਼ਮੇਸ਼ ਪ੍ਰਾਪਰਟੀਜ਼। ਜੀ ਹਾਂ, ਦਸ਼ਮੇਸ਼ ਪ੍ਰਾਪਰਟੀਜ਼ ਇੱਕ ਅਜਿਹਾ ਨਾਮ ਹੈ ਜਿਹੜਾ ਕਿ ਡੀਲਿੰਗ ਦੇ ਵਿੱਚ ਬਿਲਕੁਲ ਫੇਅਰ ਡੀਲ, ਟਰਾਂਸਪੇਰੈਂਸੀ ਨਾਲ ਚੱਲਦਾ ਹੈ। ਸੋ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਖੇ ਆਯੋਜਿਤ ਇਸ ਖਾਸ ਦਸ਼ਮੇਸ਼ ਪ੍ਰਾਪਰਟੀਜ਼ ਦੇ ਇਵੈਂਟ ਦੇ ਵਿੱਚ ਗੁਰਵਿੰਦਰ ਸਿੰਘ ਲਾਂਬਾ ਜੀ ਪਹੁੰਚੇ ਹੋਏ ਨੇ, ਜੋ ਕਿ ਪ੍ਰਧਾਨ ਨੇ ਪੰਜਾਬ ਕੋਲੋਨਾਈਜ਼ਰ ਐਂਡ ਡਿਵੈਲਪਰਸ ਐਸੋਸੀਏਸ਼ਨ ਦੇ। ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦਸ਼ਮੇਸ਼ ਪ੍ਰਾਪਰਟੀਜ਼ ਵੱਲੋਂ ਅੱਜ ਇਹ ਇਵੈਂਟ ਕੀਤਾ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਲੱਗਦਾ ਹੈ ਕਿ ਕਿਵੇਂ ਦਾ ਰਿਸਪੌਂਸ ਇੱਥੇ ਲੋਕਾਂ ਦਾ? ਦੇਖੋ, ਮੈਂ ਸਮਝਦਾ ਕਿ ਅੱਜ ਜਿਹੜਾ ਰੀਅਲ ਸਟੇਟ ਸੈਕਟਰ ਹੈ ਉਹ ਕੱਲਾ ਪੰਜਾਬ ਨਹੀਂ ਬਿਲਕੁਲ ਸਾਰੇ ਵਰਲਡ ਦੇ ਵਿੱਚ ਹੀ ਬਹੁਤ ਜ਼ਿਆਦਾ ਬਲੂਮ ਕਰ ਰਿਹਾ ਕਿਉਂਕਿ ਉਹ ਇੱਕ ਰੀਅਲ ਇਨਵੈਸਟਮੈਂਟ ਹੈ। ਉਹਦੇ ਵਿੱਚ ਇੱਕ ਪ੍ਰੋਡਕਟ ਸੈਲਿੰਗ ਹੈ, ਕੋਈ ਕਨਸੈਪਟ ਸੈਲਿੰਗ ਨਹੀਂ ਹੈਗੀ ਬਹੁਤੀ। ਤੁਹਾਨੂੰ ਇੱਕ ਚੀਜ਼ ਮਿਲਦੀ ਹੈ, ਤੁਸੀਂ ਉਹਨੂੰ ਵਰਤ ਸਕਦੇ ਹੋ, ਉਹਨੂੰ ਰੈਂਟ ਤੇ ਦੇ ਸਕਦੇ ਹੋ, ਐਜ਼ ਏ ਆਪਣੀ ਲਾਈਫ ਟਾਈਮ ਇਨਵੈਸਟਮੈਂਟ ਤੁਸੀਂ ਕਰ ਸਕਦੇ ਹੋ। ਔਰ ਲਾਈਫ ਟਾਈਮ ਇਨਵੈਸਟਮੈਂਟ ਦੀ ਜਦੋਂ ਜਿੱਥੇ ਗੱਲ ਆਉਂਦੀ ਹੈ ਉਦੋਂ ਟਰਸਟ ਦੀ ਬੜੀ ਵੱਡੀ ਗੱਲ ਆ ਜਾਂਦੀ ਹੈ ਤੇ ਜਦੋਂ ਟਰਸਟ ਦੀ ਗੱਲ ਆਉਂਦੀ ਹੈ ਤੇ ਦਸ਼ਮੇਸ਼ ਪ੍ਰਾਪਰਟੀ ਦਾ ਨਾਂ ਸਾਡੇ ਇਸ ਖੇਤੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ। ਲੇਕਿਨ ਤੁਸੀਂ ਅਗਰ ਸਹੀ ਜਗ੍ਹਾ ਜਾਓਗੇ ਤੇ ਤੁਹਾਡੇ ਨਾਲ ਹਮੇਸ਼ਾ ਜਿਹੜਾ ਸਹੀ ਕੰਮ ਹੋਏਗਾ ਔਰ ਤੁਹਾਡੀ ਇਨਵੈਸਟਮੈਂਟ ਵੀ ਗਰੋ ਕਰੇਗੀ। ਅਸੀਂ ਦੇਖ ਰਹੇ ਹਾਂ, ਅਸੀਂ ਸਾਰੇ ਇੱਥੋਂ ਲੁਧਿਆਣਾ ਤੋਂ ਕੰਮ ਕਰਦੇ ਸੀ, ਬਹੁਤ ਛੋਟੇ ਲੈਵਲਾਂ ਤੋਂ ਅਸੀਂ ਸਾਰਿਆਂ ਨੇ ਕੰਮ ਕੀਤਾ। ਮੇਰੇ ਨਾਲ ਦੀਪਕ ਬਡਿਆਲ ਜੀ ਨੇ, ਸਾਡੇ ਜਨਰਲ ਸੈਕਟਰੀ ਨੇ, ਇਹ ਵੀ ਸਾਨੇਵਾਲ ਪ੍ਰੋਜੈਕਟ ਇਹਨਾਂ ਦਾ ਆਇਆ। ਸੋ ਅੱਜ ਅਵੇਅਰਨੈਸ ਬੜੀ ਜ਼ਰੂਰੀ ਹੈ ਔਰ ਅਵੇਅਰਨੈਸ ਤੁਹਾਨੂੰ ਇਹੋ ਜਿਹੇ ਜਿਹੜੇ ਆਯੋਜਨ ਨੇ ਉਹਨਾਂ ਦੇ ਵਿੱਚ ਆਰਾਮ ਨਾਲ ਤੇ ਅਵੇਅਰਨੈਸ ਦੇ ਨਾਲ ਇੱਕ ਨਾ ਟਰਾਂਸਪੇਰੈਂਸੀ ਹੁੰਦੀ ਹੈ ਡੀਲ ਦੀ, ਕਿ ਉਹਦੇ ਵਿੱਚ ਜਿਹੜੇ ਦਸ਼ਮੇਸ਼ ਪ੍ਰਾਪਰਟੀ ਵਾਲੇ ਖਰੇ ਉਤਰਦੇ ਪਏ ਆ ਪੂਰੇ ਟਰਾਂਸਪੇਰੈਂਸੀ। ਦੇਖੋ, ਅੱਜ ਮੈਂ ਸਮਝਦਾ ਵੀ ਪ੍ਰਾਪਰਟੀ ਡੀਲਰ ਕਹਾਉਣਾ ਤਾਂ ਬੜਾ ਸੌਖਾ, ਜਿਹੜਾ ਮਰਜ਼ੀ ਗਲਾ ਕਹਿੰਦਾ 4 ਕੁਰਸੀਆਂ ਤੇ ਮੇਜ਼ ਲਾ ਲਿਆ ਤੇ ਇੱਕ ਪ੍ਰਾਪਰਟੀ ਡੀਲਰ ਬਣ ਗਿਆ, ਲੇਕਿਨ ਉਹ ਗੱਲ ਨੂੰ ਨਿਭਾਉਣਾ, ਉਸ ਗੱਲ ਤੇ ਪਹਿਰਾ ਦੇਣਾ
ਇੱਕ ਉਹਨਾਂ ਨੇ ਅੱਜ ਰੀਅਲ ਸਟੇਟ ਨੂੰ ਇੱਕ ਛੋਟੀ ਜਿਹੀ ਮਾਰਕੀਟ ਬਣਾ ਕੇ ਸਾਡੇ ਸਾਹਮਣੇ ਰੱਖਤਾ ਵੀ ਲਿਆਓ ਦੁਬਈ 'ਚ ਪਲਾਟ ਲੈਣਾ, ਤੁਸੀਂ ਸ਼ਿਮਲੇ 'ਚ ਲੈਣਾ, ਤੁਸੀਂ ਲੁਧਿਆਣੇ ਲੈਣਾ, ਤੁਸੀਂ ਕਰਨਾਲ ਲੈਣਾ, ਤੁਸੀਂ ਨੋਇਡਾ ਲੈਣਾ, ਇੱਕ ਛੱਤ ਹੇਠ। ਸੋ ਇਹ ਬਹੁਤ ਵੱਡੀ ਗੱਲ ਹੈ। ਜਿਵੇਂ ਮਲਟੀ ਬ੍ਰਾਂਡ ਸਟੋਰ ਹੁੰਦਾ ਉਵੇਂ ਸਾਡੇ ਦਸ਼ਮੇਸ਼ ਵਾਲੇ ਜਿਹੜੇ ਉਹ ਮਲਟੀ ਬ੍ਰਾਂਡ ਸਟੋਰ ਸਾਡੇ ਵਾਸਤੇ ਰੀਅਲ ਸਟੇਟ ਅੱਜ ਬਾਬਾ ਖੜ ਗਏ। ਬਿਲਕੁਲ ਠੀਕ ਹੈ। ਸੋ ਗੱਲਬਾਤ ਕਰਦੇ ਹਾਂ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਦੀਪਕ ਪੜਿਆਲ ਜੀ ਨਾਲ। ਦੀਪਕ ਜੀ, ਕੀ ਦੇਖ ਰਹੇ ਹੋ ਕਿ ਦਸ਼ਮੇਸ਼ ਪ੍ਰਾਪਰਟੀਜ਼ ਵੱਲੋਂ ਅੱਜ ਜੋ ਇਹ ਸਾਰਾ ਕੁਝ ਆਯੋਜਿਤ ਕੀਤਾ ਗਿਆ ਹੈ, ਇਹਨੂੰ ਕਿ ਛੱਤ ਹੇਠ ਕਿਵੇਂ ਦੇਖ ਰਹੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਲੋਕਾਂ ਵਾਸਤੇ ਇਹਦਾ ਕੀ ਬੈਨੀਫਿਟ ਹੋ ਸਕਦਾ ਹੈ? ਦੇਖੋ, ਪਹਿਲਾਂ ਤਾਂ ਮੈਂ ਦਸ਼ਮੇਸ਼ ਬੱਬੂ ਜੀ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਉਪਰਾਲਾ ਕੀਤਾ, ਇੱਕ ਛੱਤ ਥੱਲੇ ਬਹੁਤ ਸਾਰੇ ਪ੍ਰੋਜੈਕਟਾਂ ਦੇ ਜਿਹੜੇ ਟੀਮ ਹੈ ਉਹ ਲਿਆਂਦੇ ਔਰ ਲੋਕਾਂ ਨੂੰ ਅਵੇਅਰਨੈਸ ਹੋ ਰਹੀ ਹੈ ਇਸ ਪ੍ਰੋਜੈਕਟ ਬਾਰੇ, ਸਾਰੇ ਪ੍ਰੋਜੈਕਟਾਂ ਬਾਰੇ, ਸ਼ਿਮਲਾ ਦੇ ਚਾਹੇ ਦਿੱਲੀ ਦੇ ਚਾਹੇ ਲੁਧਿਆਣੇ ਦੇ, ਉਹ ਪ੍ਰੋਜੈਕਟਾਂ ਵਾਲੇ ਅਵੇਅਰਨੈਸ ਹੋ ਰਹੀ ਹੈ। ਔਰ ਨਾਲ ਦੇ ਨਾਲ ਜਿਹੜੇ ਸਾਡੇ ਯੰਗ ਪ੍ਰੋਪਰਟੀ ਡੀਲਰ ਨੇ ਉਹਨਾਂ ਲਈ ਇੱਕ ਇਨਸਪੀਰੇਸ਼ਨ ਹੈ ਵੀ ਇਹ ਇੱਕ ਤਰੀਕਾ ਹੈਗਾ ਕਿ ਜਿਹਦੇ ਨਾਲ ਤੁਸੀਂ ਜਿਹੜੇ ਕਸਟਮਰ ਹੈ ਉਹਨਾਂ ਨੂੰ ਇੱਕ ਛੱਤ ਥੱਲੇ ਬੁਲਾ ਕੇ ਉਹਨਾਂ ਨੂੰ ਸਾਰੇ ਪ੍ਰੋਡਕਟ ਦੇ ਸਕਦੇ ਆ। ਮੇਰਾ ਅੱਜ ਮਨ ਹੈਗਾ ਕਿ ਪ੍ਰਾਪਰਟੀ ਲੈਣ ਦਾ ਤੇ ਮੈਨੂੰ ਇੱਕ ਛੱਤ ਥੱਲੇ ਹੀ ਸਾਰੀਆਂ ਫੈਸਿਲਿਟੀਆਂ ਮਿਲ ਗਈਆਂ ਤੇ ਮੈਂ ਇੱਕ ਛੱਤ ਥੱਲੇ ਦੇਖ ਸਕਦਾ ਵੀ ਮੈਨੂੰ ਇਹਨਾਂ ਚੋਂ ਕਿਹੜੀ ਚੂਜ਼ ਕਰਨੀ ਹੈ ਔਰ ਮੈਨੂੰ ਚੂਜ਼ ਕਰਨਾ ਵੀ ਸੌਖਾ ਹੋ ਜਾਊਗਾ ਕਿਉਂਕਿ ਸੌਖਾ ਕੰਪੈਰੀਜ਼ਨ ਹੋ ਜਾਂਦਾ ਹੈ ਔਰ ਜਿਹੜਾ ਮੇਰੇ ਬਜਟ 'ਚ ਫਿੱਟ ਆਂਦਾ ਮੈਂ ਉੱਥੇ ਲੈ ਲਾਂ, ਉਹ ਲੈ ਸਕਦਾ। ਠੀਕ ਹੈ ਜੀ। ਇਹ ਸਾਰਾ ਬਹੁਤ ਵਧੀਆ ਉਪਰਾਲਾ ਹੈ, ਸਾਰੀ ਰੀਅਲ ਸਟੇਟ ਇੰਡਸਟਰੀ ਨੂੰ ਇਹ 'ਚੋਂ ਸਿੱਖਣ ਨੂੰ ਮਿਲਦਾ ਔਰ ਇਹ ਬਹੁਤ ਹੀ ਵਧੀਆ। ਆਉਣ ਵਾਲੇ ਟਾਈਮ 'ਚ ਇਹੋ ਜਿਹੇ ਬੱਬੂ ਜੀ ਵੀ ਬਹੁਤ ਲਾਣਗੇ ਔਰ ਇਹ ਬਹੁਤ ਸੇਧ ਹੈ ਬਹੁਤ ਰੀਅਲ ਸਟੇਟ ਇੰਡਸਟਰੀ। ਤੇ ਅੱਜ ਕੱਲ ਜਿਵੇਂ ਦਸ਼ਮੇਸ਼ ਭਾਜੀ ਨੇ, ਮੈਂ ਵੀ ਇਹਨਾਂ ਤੋਂ ਕੁਝ ਸਾਲਾਂ ਤੋਂ ਜੁੜੇ ਹਾਂ। ਮੈਂ ਇਹਨਾਂ ਤੋਂ ਦੁਬਈ 'ਚ ਵੀ ਲਿੱਤੀ ਹੈ ਪ੍ਰਾਪਰਟੀ, ਇਨਵੈਸਟ ਕੀਤੀ ਹੈ ਤੇ ਮੈਂ ਤਾਂ ਅੱਜ ਤੱਕ ਦੁਬਈ ਦੀ ਸ਼ਕਲ ਹੀ ਨਹੀਂ ਦੇਖੀ। ਇਹ ਆਪ ਹੀ ਮੈਨੂੰ ਕਹਿ ਦਿੰਦੇ ਜੀ ਇੰਨੇ ਵੱਧ ਗਏ, ਇੰਨੇ ਘਟ ਗਏ, ਕਹਾਣੀ ਖਤਮ ਹੋ ਗਈ। ਦਸ਼ਮੇਸ਼ ਪ੍ਰਾਪਰਟੀਜ਼ ਤੇ ਇਹਨਾਂ ਵਿਸ਼ਵਾਸ ਬਣਿਆ ਹੋਇਆ ਹੈ। ਇੱਕ ਵਿਸ਼ਵਾਸ ਦਾ ਨਾਮ ਦੂਜਾ ਦਸ਼ਮੇਸ਼ ਪ੍ਰਾਪਰਟੀ ਹੈ ਜੀ। ਟ੍ਰਾਂਸਪੇਰੈਂਸੀ ਦਾ ਨਾਮ ਅਗਰ ਕਿਸੇ ਨੇ, ਮੈਂ ਕਈ ਦੋਸਤਾਂ ਨੂੰ ਇਹਨਾਂ ਕੋਲ ਭੇਜਿਆ ਜੀ, ਉਹ ਕਹਿੰਦੇ ਯਾਰ ਬੰਦੇ ਹੀ ਬੜੇ ਵਧੀਆ ਨੇ। ਉਹ ਤਾਂ ਮੈਂ ਕਿਹਾ ਕੀ ਗੱਲ? ਕਹਿੰਦੇ ਜੀ ਉਹਨਾਂ ਨੇ ਅੱਗੇ ਐਡਵਾਂਸ ਵੀ ਦੇਤਾ, ਸਾਡਾ ਸੌਦਾ ਲੈਣ ਦਾ ਮਨ ਨਹੀਂ ਹੋ, ਕਹਿੰਦੇ ਆ ਲਓ ਜੀ ਪੈਸੇ। ਮੈਂ ਕਿਹਾ ਦੱਸੋ ਹੋਰ ਤੁਹਾਨੂੰ ਕੀ ਚਾਹੀਦਾ? ਲੇਕਿਨ ਇਹ ਵਿਸ਼ਵਾਸ ਦਾ ਦੂਜਾ ਨਾਮ ਦਸ਼ਮੇਸ਼ ਪ੍ਰਾਪਰਟੀਜ਼। ਠੀਕ ਹੈ। ਇਨ ਲੁਧਿਆਣਾ, ਇਨ ਆਲ ਫॉर ਇੰਡੀਆ ਐਂਡ ਫੋਰਨ। ਵਾਹ ਜੀ ਵਾਹ, ਠੀਕ ਹੈ, ਧੰਨਵਾਦ। ਓਕੇ, ਬਹੁਤ ਅੱਛਾ ਉਪਰਾਲਾ ਹੈ ਇਹ ਬੱਬੂ ਜੀ ਵੱਲੋਂ। ਇਹਨਾਂ ਨੇ ਇੱਕ ਪਲੇਟਫਾਰਮ ਦੇ ਥੱਲੇ ਇੰਨੇ ਵੇਰੀਅਸ ਪ੍ਰੋਜੈਕਟ ਜਿਹੜੇ ਆਏ ਆ ਲੋਕਾਂ ਨੂੰ ਇੱਕੋ ਹੀ ਜਗ੍ਹਾ ਤੇ ਆ ਕੇ ਅਲੱਗ-ਅਲੱਗ ਟੇਬਲਸ ਤੇ ਬਕਾਇਦਾ ਤੌਰ ਤੇ ਉਹਨਾਂ ਦੀ ਵੀਡੀਓਗ੍ਰਾਫੀ ਵੀ ਹੈ ਔਰ ਪ੍ਰੋਜੈਕਟਸ ਦੇ ਸੇਲੀਅੰਟ ਫੀਚਰਸ ਵੀ ਹੈ। ਨਵੇਂ ਪ੍ਰੋਜੈਕਟ ਹੈ। ਬਾਇਓ ਕਲਾਈਮੈਟਿਕ ਜਿਹੜਾ ਪ੍ਰੋਜੈਕਟ ਰਾਜਪੁਰੇ ਲਾਗੇ ਆ ਰਿਹਾ ਉਹ ਅਲੱਗ ਹੈ। ਸ਼ਿਮਲੇ ਦੇ 2 ਪ੍ਰੋਜੈਕਟ ਆਏ ਹੋਏ ਹੈ। AIPL ਵਾਲਿਆਂ ਦਾ ਹੈ, ਹਿਮਾਂਸ਼ੂ ਜੀ ਦਾ ਕਮਰਸ਼ੀਅਲ ਪ੍ਰੋਜੈਕਟ ਹੈ। ਸਾਰੇ ਪ੍ਰੋਜੈਕਟ ਇੱਥੇ ਹੈ ਕਿ ਲੁਧਿਆਣੇ ਵਾਲੇ ਦਾ ਟੇਸਟ ਹੈ ਪ੍ਰੋਪਰਟੀ ਦੇ ਵਿੱਚ ਕਿੱਥੇ ਇਨਵੈਸਟ ਹੋਣਾ ਚਾਹੀਦਾ ਹੈ, ਆਉਣ ਵਾਲੇ ਟਾਈਮ 'ਚ ਕਿੱਥੇ ਰਿਟਰਨ ਅੱਛੀ ਆ ਸਕਦੀ ਹੈ, ਉਹ ਸਭ ਇੱਥੇ ਇਨਫੋਰਮੇਸ਼ਨ ਅਵੇਲੇਬਲ ਹੈ ਇੱਕ ਜਗ੍ਹਾ ਤੇ ਮੈਂ ਮੁਬਾਰਕਬਾਦ ਦੇਣਾ ਤੇ ਇਹੋ ਜਿਹਾ ਕੰਮ ਅੱਗੋਂ ਵੀ ਕਰਦੇ ਰਹਿਣ, ਲੋਕਾਂ ਨੂੰ ਸਹੂਲੀਅਤ ਵੀ ਮਿਲਦੀ ਰਹੇ ਔਰ ਜਿਹੜੇ ਕਾਰੋਬਾਰੀ ਬੰਦੇ ਆ ਉਹਨਾਂ ਨੂੰ ਕਾਰੋਬਾਰ ਕਰਨ 'ਚ ਵੀ ਇਹਦੇ 'ਚ ਬਹੁਤ ਮਦਦ ਮਿਲਦੀ ਹੈ। ਸਰ, ਪੰਜਾਬ ਦਾ ਰੀਅਲ ਸਟੇਟ ਦਾ ਸੈਕਟਰ ਕਿੱਦਾਂ ਦੇਖਦੇ ਹੋ? ਬਹੁਤ ਪੋਟੈਂਸ਼ੀਅਲ ਹੈ। ਥੋੜਾ ਜਿਹਾ ਪੋਲਿਸੀ ਪਬਲਿਕ ਫਰੈਂਡਲੀ ਔਰ ਬਿਜ਼ਨਸ ਫਰੈਂਡਲੀ, ਟ੍ਰੇਡ ਫਰੈਂਡਲੀ ਨਹੀਂ ਹੈ, ਉਹਦੇ 'ਚ ਸਰਕਾਰਾਂ ਨੂੰ ਐਫਰਟ ਕਰਨਾ ਚਾਹੀਦਾ ਹੈ। ਗੱਲਬਾਤ ਕਰਦੇ ਹਾਂ ਲੁਧਿਆਣੇ ਦਾ ਇੱਕ ਉਹ ਨਾਮ ਜਿਹੜਾ ਟ੍ਰਾਂਸਪੇਰੈਂਸੀ ਲਈ, ਵਿਸ਼ਵਾਸ ਲਈ ਜਾਣਿਆ ਜਾਂਦਾ ਹੈ, ਜਿਸ ਤੇ ਤੁਸੀਂ ਪ੍ਰਾਪਰਟੀ ਦੇ ਮੈਟਰ 'ਚ ਬਲਾਈਂਡ ਫੇਥ ਕਰ ਸਕਦੇ ਹੋ। ਜੀ ਹਾਂ, ਤੁਸੀਂ ਸਮਝ ਗਏ ਹੋਵੋਗੇ ਮੈਂ ਗੱਲਬਾਤ ਕਰ ਰਿਹਾ ਦਸ਼ਮੇਸ਼ ਪ੍ਰਾਪਰਟੀਜ਼ ਦੀ। ਗੱਲਬਾਤ ਕਰਦੇ ਹਾਂ ਮਨਜਿੰਦਰ ਸਿੰਘ ਬੱਬੂ ਜੀ ਨਾਲ। ਮਨਜਿੰਦਰ ਸਿੰਘ ਬੱਬੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ? ਬੇਦੀ ਸਾਹਿਬ ਵੈਲਕਮ। ਇਹ ਹਸਮੁਖ ਚਿਹਰੇ ਦਾ ਲੁਧਿਆਣਾ ਸ਼ਹਿਰ ਸਾਰਾ ਹੀ ਮਰੀਦ ਹੋਇਆ ਪਿਆ ਹੈ। ਹੁਣ ਇਹ ਦੱਸੋ ਵੀ ਪ੍ਰਾਪਰਟੀ 'ਚ ਇੰਨੀ ਟ੍ਰਾਂਸਪੇਰੈਂਸੀ, ਇੰਨੀ ਕਲੀਅਰ ਡੀਲ, ਇਹ ਵਾਹਿਗੁਰੂ ਦੀ ਕਿਰਪਾ ਹੈ ਜਾਂ ਕੀ ਕੁਛ ਹੈ? 2 ਚੀਜ਼ਾਂ ਹੁੰਦੀਆਂ ਨੇ। ਸਾਰਿਆਂ ਨਾਲੋਂ ਪਹਿਲਾਂ ਉਸ ਪਰਮਾਤਮਾ ਦਾ ਵਿਸ਼ਵਾਸ, ਦੂਜਾ ਪੇਰੈਂਟਸ ਦੇ ਸੰਸਕਾਰ। 1 ਸੈਕਿੰਡ ਦੀ 5 ਸੈਕਿੰਡ ਦੀ ਗੱਲ ਹੈ ਕਿ ਮੈਂ ਕਿਸੇ ਟਾਈਮ ਸ਼ੁਰੂ ਜਦੋਂ ਆਪਣਾ ਵਪਾਰ ਸ਼ੁਰੂ ਕੀਤਾ ਤੇ ਮੈਂ ਕਿਸੇ ਨੂੰ ਉੱਪਰ ਥੱਲੇ ਕੁੰਡੀ ਲਾ ਦਿੱਤੀ 30,000 ਰੁਪਏ। ਮੈਂ ਮਦਰ ਨੂੰ ਆ ਕੇ ਬੜਾ ਖੁਸ਼ੀ ਨਾਲ ਦੱਸਿਆ, ਮੈਂ ਕਿਹਾ ਮਾਂ 30,000 ਰੁਪਏ ਕਮਾਇਆ। ਉਸ ਟਾਈਮ ਪੈਸੇ ਦੀ ਵੈਲਿਊ ਸੀ ਤੇ ਜ਼ਰੂਰਤ ਵੀ ਸੀ। ਮੇਰੇ ਮਦਰ ਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਵੀ ਪੁੱਤਰ ਕਿੱਥੋਂ ਕੀ ਵੇਚਿਆ, ਕੀ ਖਰੀਦਿਆ। ਮੁੱਕਦੀ ਗੱਲ, ਉਹਨਾਂ ਨੇ ਦੂਸਰੇ ਦਿਨ ਉਸ ਪਾਰਟੀ ਦੇ ਘਰ ਜਾ ਕੇ ਮਾਮਾ ਜੀ ਨੂੰ ਨਾਲ ਲਿਆ। ਉਸ ਪਾਰਟੀ ਦੇ ਘਰ ਜਾ ਕੇ ਪੈਸੇ ਦੇ ਕੇ ਆਏ ਕਿ ਮੇਰੇ ਬੇਟੇ ਨੇ ਗਲਤੀ ਕੀਤੀ ਹੈ, ਵਾਪਸ ਦੇਤੇ ਪੈਸੇ। ਆਈ ਐਮ ਰੀਅਲੀ ਵੈਰੀ ਸੌਰੀ। ਤੋ ਮੈਂ 15 ਦਿਨ ਬਾਅਦ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮਾਂ ਪੈਸੇ? ਕਹਿੰਦੇ ਬੇਟਾ ਜਿਹਦੇ ਸੀ ਉਹਦੇ ਆਂਦੇ। ਕਹਿੰਦੇ ਵੀ ਅੱਜ ਤੋਂ ਬਾਅਦ ਜੇ ਕੰਮ ਕਰਨਾ ਹੈ ਤੇ ਤੇਰੇ ਲਈ ਆਫਿਸ ਓਪਨ ਹੈ, ਨਹੀਂ ਚਾਬੀ ਸਾਨੂੰ ਦੇ ਜਾ, ਤੂੰ ਜਿੱਥੇ ਮਰਜ਼ੀ ਚਲੇ ਜਾ। ਠੀਕ ਹੈ। ਕੁਝ ਸੰਸਕਾਰ ਤੇ ਕੁਝ ਉਸ ਪਰਮਾਤਮਾ ਦਾ ਨਾਂ
ਜਦੋਂ ਤੁਸੀਂ ਅੰਦਰੋਂ ਲੈਂਦੇ ਹੋ ਤਾਂ ਤੁਸੀਂ ਦੋ ਚੀਜ਼ਾਂ ਤੋਂ ਡਰਦੇ ਹੋ ਕਿ ਕਿਸੇ ਨੇ ਗਲਤ ਨਹੀਂ ਹੋਣਾ ਚਾਹੀਦਾ, ਗਲਤ ਕਰਨਾ ਨਹੀਂ, ਗਲਤ ਸੁਣਨਾ ਨਹੀਂ, ਗਲਤ ਵੇਚਣਾ ਨਹੀਂ, ਗਲਤ ਖਰੀਦਣਾ। ਠੀਕ ਹੈ, ਹੁਣ ਵੇਚਣ ਤੇ ਖਰੀਦਣ ਦੀ ਗੱਲ ਹੋ ਰਹੀ ਹੈ। ਦਸ਼ਮੇਸ਼ ਪ੍ਰਾਪਰਟੀਜ਼ ਬੇਸਿਕਲੀ ਲੁਧਿਆਣੇ ਤੋਂ ਬਿਲੋਂਗ ਕਰਦਾ ਹੈ, ਪਰ ਡ੍ਰੀਮ ਹੋਮਸ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ, ਸ਼ਿਮਲੇ ਤੱਕ ਅਪਰੋਚ, ਪੰਜਾਬ ਤੋਂ ਬਾਹਰ ਤੱਕ ਦਸ਼ਮੇਸ਼ ਪ੍ਰਾਪਰਟੀਜ਼ ਡੀਲ ਕਰ ਰਿਹਾ ਹੈ। ਫੈਸਿਲਿਟੀਆਂ ਇੰਨੀਆਂ ਪ੍ਰੋਵਾਈਡ ਹੋ ਰਹੀਆਂ, ਅਲੱਗ-ਅਲੱਗ ਪ੍ਰੋਜੈਕਟ ਆ ਰਹੇ ਆ, ਇਹਨਾਂ ਬਾਰੇ ਥੋੜਾ ਦਰਸ਼ਕਾਂ ਨੂੰ ਚਾਨਣਾ ਪਾਓ। ਮੇਰਾ ਇੱਕ ਸੁਪਨਾ ਸੀ ਕਿ ਮੈਂ ਰੀਅਲ estate ਨੂੰ ਫਾਲੋ ਕਰਨਾ ਹੈ। 88 ਦੇ ਵਿੱਚ ਮੇਰੇ ਫਾਦਰ ਨੇ ਮੈਨੂੰ ਇਸ ਰੀਅਲ estate ਵੱਲ ਭੇਜਿਆ। ਮੈਨੂੰ ਰਜਿਸਟਰੀ ਵੀ ਪੜ੍ਹਨੀ ਨਹੀਂ ਆਉਂਦੀ ਸੀ। ਉਸ ਪ੍ਰਮਾਤਮਾ ਨੇ ਹੌਲੀ ਹੌਲੀ ਡ੍ਰੀਮ ਪੈਦਾ ਕੀਤਾ, ਹਰ ਕੰਮ ਕੀਤਾ। ਇਸ ਟਾਈਮ ਉਸ ਵਾਹਿਗੁਰੂ ਨੇ, ਉਸ ਮਹਾਮਾਈ ਨੇ 9 ਕੰਟਰੀਆਂ 'ਚ ਮੇਰੇ ਆਫਿਸ ਬਣਾਏ ਹੋਏ ਨੇ। ਵਾਹ ਜੀ ਵਾਹ। ਸੋ ਦੁਨੀਆ ਦੇ 9 ਦੇਸ਼ਾਂ 'ਚ ਜ਼ੀਰੋ ਤੋਂ ਸ਼ੁਰੂ ਹੋ ਕੇ 88 ਦੇ ਵਿੱਚ ਉਹ ਟਾਈਮ ਸੀ ਜਦੋਂ ਨੋ ਡਾਊਟ ਕਿ ਇੱਕ ਟਾਈਮ ਦਾ ਖਾਣਾ ਸੀ, ਦੂਸਰੇ ਟਾਈਮ ਦਾ ਨਹੀਂ ਸੀ। ਤੇ ਉਸ ਪ੍ਰਮਾਤਮਾ ਨੇ ਇਮਾਨਦਾਰੀ ਨਾਲ ਕੰਮ ਕਰਨ ਦੇ ਵਿੱਚ, ਫਿਰ ਕਹੂੰਗਾ ਇਮਾਨਦਾਰੀ ਨਾਲ ਕੰਮ ਕਰਨ ਦੇ ਵਿੱਚ ਉਸ ਪ੍ਰਮਾਤਮਾ ਨੇ ਉਸ ਜਗ੍ਹਾ ਤੇ ਪਹੁੰਚਾਤਾ ਜਿੱਥੇ ਸ਼ਾਇਦ ਮੈਂ ਸੁਪਨਾ ਵੀ ਨਹੀਂ ਲੈ ਸਕਦਾ। ਇੰਡੀਆ ਤੋਂ ਇਲਾਵਾ ਹੁਣ ਬਾਕੀ ਹੋਰ ਕਿਹੜੇ-ਕਿਹੜੇ ਦੇਸ਼ ਨੇ ਜਿੱਥੇ ਦਸ਼ਮੇਸ਼ ਪ੍ਰਾਪਰਟੀਜ਼ ਡੀਲਿੰਗ ਕਰ ਰਿਹਾ? ਮੈਂ ਪਹਿਲਾਂ ਸਟਾਰਟ ਕੀਤਾ ਲੁਧਿਆਣਾ ਤੋਂ, ਹੌਲੀ ਹੌਲੀ ਜਾ ਕੇ ਚੰਡੀਗੜ੍ਹ ਨੂੰ ਫਾਲੋ ਕੀਤਾ। ਉਸ ਤੋਂ ਅੱਗੇ ਜਾ ਕੇ ਫਿਰ ਮੈਂ ਦਿੱਲੀ ਜਨਕਪੁਰੀ ਫਾਲੋ ਕੀਤਾ। ਦਿੱਲੀ ਤੋਂ ਬਾਅਦ ਮੈਂ ਗੁੜਗਾਉਂ, ਨੋਇਡਾ ਦਾ ਕੰਮ ਕੀਤਾ, ਜਿਹਦੇ 'ਚ ਮੈਨੂੰ ਅਵਾਰਡ ਵੀ ਮਿਲਿਆ NCR 'ਚ। ਵਾਹ ਜੀ, ਠੀਕ ਹੈ। ਮੈਨੂੰ ਉਹਨਾਂ ਨੇ 2013-14 ਦੇ ਵਿੱਚ ਇੱਕ ਅਵਾਰਡ ਦਿੱਤਾ ਫਸਟ ਸੈਲਰ ਦਾ, ਜਿੱਥੇ ਮੈਂ ਸਾਰਿਆਂ ਨਾਲੋਂ ਜ਼ਿਆਦਾ ਸੇਲ ਕੀਤੀ। ਕੀ ਬਾਤ ਹੈ, ਠੀਕ ਹੈ। ਇੱਕ ਦਿਨ ਦੇ ਵਿੱਚ ਮੈਂ 28-28, 30-30 ਫਲੈਟ ਵੇਚੇ, ਲੇਕਿਨ ਮੈਂ ਨਹੀਂ ਵੇਚੇ। ਮੈਂ ਹੰਕਾਰ ਦੀ ਨਿਸ਼ਾਨੀ ਹੈ, ਮੈਂ ਨਹੀਂ ਵੇਚੇ। ਉਸ ਪਰਮਾਤਮਾ ਨੇ ਕਸਟਮਰ ਨੂੰ ਰੱਬ ਦਾ ਰੂਪ ਬਣਾ ਕੇ ਮੇਰੇ ਸਾਹਮਣੇ ਦੇ ਦਿੱਤਾ, ਜਿਨ੍ਹਾਂ ਨਾਲ ਮੈਂ ਕੰਮ ਕੀਤਾ। ਹੌਲੀ ਹੌਲੀ ਫਿਰ ਮੈਂ ਦੁਬਈ ਨੂੰ ਫਾਲੋ ਕੀਤਾ, ਕੈਨੇਡਾ 'ਚ 2 ਆਫਿਸ ਬਣਾਏ, ਆਸਟ੍ਰੇਲੀਆ 'ਚ ਇੱਕ ਬਣਾਇਆ, ਤੇ ਥਾਈਲੈਂਡ ਦੇ ਵਿੱਚ ਮੈਂ 100 ਅਪਾਰਟਮੈਂਟ ਬਹੁਤ ਵੇਚੇ ਕਿਸੇ ਦੇ ਨਾਲ। ਠੀਕ ਹੈ ਜੀ। ਸੋ ਹੁਣ ਜੇ ਆਪਾਂ ਗੱਲ ਕਰੀਏ ਤਾਂ ਜੀ ਦਰਸ਼ਕਾਂ ਨੇ ਆਪਣੀ ਹਾਰਡ ਐਂਡ ਮਨੀ ਪੈਸੇ ਇਨਵੈਸਟ ਕਰਨੇ ਹੋਣ, ਤੁਹਾਡੇ ਕੋਲ ਆਣ, ਤੁਸੀਂ ਉਹਨਾਂ ਨੂੰ ਕੀ ਰਿਕਮੈਂਡ ਕਰੋਗੇ ਕਿ ਉਹ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨ, ਰੈਜ਼ੀਡੈਂਸ਼ੀਅਲ ਪ੍ਰੋਜੈਕਟਸ ਕਰਨ, ਕਮਰਸ਼ੀਅਲ 'ਚ ਕਰਨ, ਤਾਂ ਕਿ ਉਹਨਾਂ ਨੂੰ ਜਿਹੜੀ ਐਪਰੀਸੀਏਸ਼ਨ ਹੈ ਉਹ ਚੰਗੀ ਮਿਲੇ? ਸਾਰਿਆਂ ਨਾਲੋਂ ਪਹਿਲਾਂ ਤਾਂ ਇਨਵੈਸਟਮੈਂਟ ਤੋਂ ਪਹਿਲਾਂ ਧਰਤੀ ਨੂੰ ਮਾਂ ਸਮਝ ਕੇ ਇਨਵੈਸਟ ਕਰੋਗੇ ਤਾਂ ਇਨਵੈਸਟਮੈਂਟ ਕਈ ਟਾਈਮ ਜ਼ਿਆਦਾ ਹੋ ਜਾਂਦੀ ਹੈ। ਜੇ ਅਸੀਂ ਧਰਤੀ ਨੂੰ ਮਾਂ ਨਹੀਂ ਸਮਝਦੇ ਤੇ ਸਾਨੂੰ ਧਰਤੀ ਤੇ ਇਨਵੈਸਟਮੈਂਟ ਕਰਨ ਦਾ ਕੋਈ ਰਾਈਟ ਨਹੀਂ ਹੈ। ਪਹਿਲਾਂ ਆਪਣੇ ਰਾਈਟ ਨੂੰ ਕਲੀਅਰ ਕਰੋ, ਆਪਣੇ ਵਿਜ਼ਨ ਨੂੰ ਕਲੀਅਰ ਕਰੋ। ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਫਲੈਟ, ਵਿਲਾ ਉਨੀ ਹੀ ਐਪਰੀਸ਼ੀਏਸ਼ਨ ਦਿੰਦੇ ਹੈ ਜਿੰਨਾ ਤੁਸੀਂ ਆਪਣੇ ਦਿਲ ਤੋਂ ਇਨਵੈਸਟ ਕਰੋ। ਕਿ ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਵਿਲਾ, ਫਲੈਟ, ਪਲਾਟ ਹਰ ਚੀਜ਼ ਵਿਕਦੀ ਹੈ ਦੁਨੀਆ ਦੇ ਹਰ ਕੋਨੇ ਤੇ, ਪਰ ਜਿਹੜੀ ਇਨਵੈਸਟਮੈਂਟ ਰੀਅਲ estate ਦੇ ਵਿੱਚ ਹੋ ਜਾਂਦੀ ਹੈ ਉਹ ਸਹੀ ਇਨਵੈਸਟਮੈਂਟ ਸਹੀ ਡੀਲਰ ਦੇ ਰਾਹੀਂ ਪ੍ਰੋਪਰ ਚੈਨਲ ਨਾਲ ਕੀਤੀ ਜਾਵੇ ਤਾਂ ਉਹ ਕਦੀ ਵੀ ਡਾਊਨ ਨਹੀਂ ਜਾਂਦਾ। ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਇਸ ਪਾਰਟਿਸਿਪੇਸ਼ਨ ਦੇ ਵਿੱਚ, ਮੈਂ ਆਪਣੇ ਦਮ ਤੇ ਲਾਨਾ। ਪਰਮਾਤਮਾ ਆਪੇ ਮਿਹਰ ਕਰਦਾ ਹੈ। ਤੇ ਐਕਸਪੋ ਦੇ ਵਿੱਚ ਮੇਰਾ ਇੱਕ ਮੋਟਿਵ ਹੈ ਕਿ ਬੰਦਾ ਇੱਕ ਦਿਨ ਸ਼ਿਮਲੇ ਜਾਏਗਾ ਤੇ ਹਫ਼ਤੇ ਬਾਅਦ ਦਿੱਲੀ ਜਾਏਗਾ, ਅੱਜ ਉਹ ਦੁਬਈ ਜਾਏਗਾ ਤਾਂ ਅਗਲੇ ਹਫ਼ਤੇ ਕੈਨੇਡਾ ਜਾਏਗਾ, ਉਹਦੇ ਕੋਲ ਨਹੀਂ ਟਾਈਮ ਹੈ। ਮੈਂ ਇੱਕ ਅੰਡਰ ਵਨ ਰੂਫ ਮੈਂ ਇੰਨੇ ਕੁ ਪ੍ਰੋਜੈਕਟ ਲੈ ਆਉਣਾ ਕਿ ਕਸਟਮਰ ਇੱਕ ਟੇਬਲ ਤੋਂ ਸ਼ਿਮਲੇ ਤੋਂ ਦਿੱਲੀ ਤੇ ਦਿੱਲੀ ਤੋਂ ਦੁਬਈ ਜਾਣ ਲਈ ਉਹਨੂੰ ਸੈਕਿੰਡ ਲੱਗਦੇ ਹੈ, ਜਿਹੜਾ ਕਿ ਹਵਾਈ ਜਹਾਜ਼ ਵੀ ਉਹਨਾਂ ਸਫ਼ਰ ਨਹੀਂ ਦੇ ਸਕਦਾ ਜਿੰਨੀ ਜਲਦੀ ਸਫ਼ਰ ਉਹ ਐਕਸਪੋ ਦੇ ਅੰਦਰ ਆ ਕੇ ਕਰ ਲੈਂਦਾ। ਬਿਲਕੁਲ ਠੀਕ ਹੈ। ਕਿ ਮੈਂ 10 ਪ੍ਰੋਜੈਕਟ ਲਿਆਂਦੇ, 10 ਟੀਮਾਂ ਲਿਆਂਦੀਆਂ, 10 ਟੀਮਾਂ ਦੇ GM ਜਿਹੜੇ ਉਹ ਇੱਥੇ ਆਪ ਆ ਕੇ ਬਹਿੰਦੇ ਆ, ਉਹ ਇੱਕ ਇਨਵੈਸਟਰ ਨੂੰ ਉਹ ਦੱਸਦੇ ਆ ਕਿ ਮੈਂ GM ਹੈ। GM ਤੋਂ ਉੱਤੇ ਉਸ ਪ੍ਰੋਜੈਕਟ ਦੇ ਵਿੱਚ ਕੋਈ ਵੀ ਵੱਡਾ ਨਹੀਂ ਹੁੰਦਾ, ਤੇ ਉਹ ਆਪਣੇ ਆਪ ਦੇ ਵਿੱਚ ਇੱਕ ਆਪਣੇ ਪ੍ਰੋਜੈਕਟ ਨੂੰ ਦੱਸਦਾ ਹੈ। ਉਹਦੇ 'ਚ ਰਿਟਰਨ ਵੀ ਹੁੰਦੀ ਹੈ, ਉਹ 'ਚ ਟਰਾਂਸਪੇਰੈਂਸੀ ਵੀ ਹੁੰਦੀ ਹੈ ਕਿ ਮੈਂ ਡੀਲਰ ਹਾਂ ਜਾਂ ਮੈਂ ਬ੍ਰੋਕਰ ਹਾਂ ਕਿਸੇ ਚੀਜ਼ ਦਾ, CP ਹਾਂ। ਮੈਂ 7% 10% ਦੀ ਕਮਿਸ਼ਨ ਲੈ ਕੇ ਦੱਸੂਗਾ, ਜਿਹੜਾ GM ਆਏਗਾ ਉਹ ਡਾਇਰੈਕਟ ਦੱਸੇਗਾ। ਬਿਲਕੁਲ ਠੀਕ ਹੈ। ਫੇਅਰ ਡੀਲ, ਜਿਹਨੂੰ ਫੇਅਰ ਡੀਲ ਕਿਹਾ ਜਾਂਦਾ, ਜਿਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਉਹ ਡਬਲ ਹੋਣ ਦੇ ਸਾਰ ਜਾਂ ਡਿਊਟੀ ਹੋਣ ਦੇ ਸਾਰ ਜ਼ਿਆਦਾ ਹੋ ਜਾਂਦੀ। 8x10 ਦੀ ਸ਼ਾਪ ਤੋਂ ਸਟਾਰਟ ਹੋ ਕੇ ਪਰਮਾਤਮਾ ਨੇ ਨਾ ਹੀ ਪਰਮਾਤਮਾ ਦੇ ਨਾਲ ਸ਼ੁਰੂ ਕੀਤਾ। ਕਈ ਵਾਰੀ ਮੈਨੂੰ ਲੋਕ ਦਸ਼ਮੇਸ਼ ਕਹਿ ਕੇ ਬੁਲਾਉਂਦੇ, ਮੈਂ ਕਹਿੰਦਾ ਨਹੀਂ, ਦਸ਼ਮੇਸ਼ ਪਰਮਾਤਮਾ ਦਾ ਨਾਂ, ਮੇਰਾ ਨਾਮ ਬੱਬੂ ਹੈ। ਮੈਂ ਐਜ਼ ਏ ਬੱਬੂ ਤੁਹਾਡੇ ਨਾਲ ਗੱਲ ਕਰ ਰਿਹਾ, ਗੁਰੂ ਸਾਹਿਬ ਦੇ ਨਾਂ ਨਾਲ ਨਹੀਂ ਕਰ ਰਿਹਾ।
ਪਰ ਇਹਦਾ ਇੱਕ ਫਾਇਦਾ ਵੀ ਹੋਇਆ ਕਿ ਕਿਸੇ ਵੀ ਬੇਈਮਾਨੀ ਤੋਂ ਪਹਿਲਾਂ ਜਿਵੇਂ ਮਨ ਚ ਆਉਂਦੀ, ਚਲੋ ਮੇਰੀ ਮਾਂ ਨੇ ਮੈਨੂੰ ਸੇਧ ਦੇ ਦਿੱਤੀ, ਕਿਸੇ ਵੀ ਬੇਈਮਾਨੀ ਤੋਂ ਪਹਿਲਾਂ ਇੱਕ ਲਫ਼ਜ਼ ਸਾਹਮਣੇ ਅੱਖਾਂ ਅੱਗੇ ਆ ਜਾਂਦਾ ਹੈ। ਅਗਲੇ ਨੇ ਇਹ ਨਹੀਂ ਕਹਿਣਾ ਬੱਬੂ ਨੇ ਬੇਈਮਾਨੀ ਕੀਤੀ, ਅਗਲੇ ਨੇ ਕਹਿਣਾ ਦਸ਼ਮੇਸ਼ ਨੇ ਕੀਤੀ। ਉਹ ਮੈਨੂੰ ਗਾਲ ਨਹੀਂ ਕੱਢੇਗਾ, ਉਹ ਮੇਰੇ ਪ੍ਰਮਾਤਮਾ ਨੂੰ ਕੱਢੇਗਾ। ਤੇ ਉਸ ਕੰਮ ਤੇ ਜਾਣ ਤੋਂ ਪਹਿਲਾਂ ਹੀ ਮੈਂ ਆਪਣੇ ਆਪ ਨੂੰ ਬਹੁਤ ਪਿੱਛੇ ਖਿੱਚ ਲੈਂਦਾ ਕਿ ਨਹੀਂ, ਕੋਈ ਬੇਈਮਾਨੀ ਨਹੀਂ ਕਰਨੀ, ਕੁਛ ਨਹੀਂ ਕਰਨਾ। ਸੋ ਦਰਸ਼ਕੋ, ਇਹ ਸਨ ਦਸ਼ਮੇਸ਼ ਪ੍ਰਾਪਰਟੀਜ਼ ਲੁਧਿਆਣਾ ਤੋਂ ਮਨਜਿੰਦਰ ਸਿੰਘ ਬੱਬੂ, ਜਿਨ੍ਹਾਂ ਨੇ ਪ੍ਰੋਪਰ ਇੱਕ ਵੈਲ ਪਲਾਨਡ ਵੇ ਦੇ ਨਾਲ ਤਿਆਰੀ ਕਰਕੇ 10-11 ਦੇ ਕਰੀਬ ਅਲੱਗ-ਅਲੱਗ ਜਿਹੜੇ ਪ੍ਰਮੋਟਰਸ ਨੇ, ਪ੍ਰੋਜੈਕਟਸ ਨੇ, ਉਹ ਇੱਕ ਛੱਤ ਹੇਠ ਲੈ ਕੇ ਆਏ ਨੇ। ਤੇ ਆਓ ਚੱਲਦੇ ਹਾਂ ਅੰਦਰ ਹਾਲ 'ਚ ਤੇ ਦੇਖਦੇ ਹਾਂ ਕਿ ਅਲੱਗ-ਅਲੱਗ ਪ੍ਰੋਜੈਕਟਸ ਤੁਹਾਡੇ ਵਾਸਤੇ ਕੀ ਬੈਨੀਫੀਸ਼ੀਅਲ ਲੈ ਕੇ ਆਏ ਨੇ। ਗੱਲਬਾਤ ਕਰਦੇ ਹਾਂ ਦਸ਼ਮੇਸ਼ ਪ੍ਰਾਪਰਟੀਜ਼ ਲੁਧਿਆਣਾ ਤੋਂ ਮਨਜਿੰਦਰ ਸਿੰਘ ਬੱਬੂ ਜੀ ਦੇ ਛੋਟੇ ਬੇਟੇ ਸਹਿਜਪਾਲ ਸਿੰਘ ਨਾਲ। ਸਹਿਜ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਸਕਰ ਇੱਕ ਵਰਡ ਹੈ, ਇਹ ਕੀ ਹੈ ਤੇ ਇਹ ਲੋਕਾਂ ਦੀ ਲਾਈਫ ਦੇ ਵਿੱਚ ਇੱਕ ਬੂਮ ਕਿਵੇਂ ਬਣਿਆ ਹੋਇਆ? ਇਹ ਜੀ ਤੁਸੀਂ ਅੱਜ ਕੱਲ੍ਹ ਦੇਖਦੇ ਹੋਵੋਗੇ ਕਿ ਆਪਣੇ ਇੰਡੀਆ ਦੇ ਵਿੱਚ ਸਪੈਸ਼ਲੀ ਜਿਹੜੇ ਮੈਡੀਕਲ ਫੈਸਿਲਿਟੀਜ਼ ਆ ਉਹਨਾਂ ਨੂੰ ਲੈ ਕੇ ਇਸ਼ੂ ਰਹਿੰਦੇ ਨੇ। ਜੇ ਮੈਂ ਆਪਣੀ ਗੱਲ ਕਰਾਂ ਤਾਂ I've been in Canada from last like 2018 I guess. All right. So ਉਸ ਤੋਂ ਬਾਅਦ ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ ਇੰਡੀਆ ਕਿ ਮੈਂ ਕਿ ਇੱਥੇ ਇੱਕ ਚੀਜ਼ ਬਹੁਤ ਜ਼ਿਆਦਾ ਮਿਸਿੰਗ ਹੈ। ਡਾਕਟਰਸ ਹੈਗੇ ਹੈ, ਅਵੇਅਰਨੈਸ ਨਹੀਂ। ਅਵੇਅਰਨੈਸ ਜੇ ਹੈਗੀ ਵੀ ਹੈ ਤਾਂ ਉਹਦੇ ਪ੍ਰਾਈਸ ਪੁਆਇੰਟ ਇੰਨਾ ਜ਼ਿਆਦਾ ਰੱਖ ਦਿੰਦੇ ਆਪਾਂ ਕਿ ਉਹ ਅਫੋਰਡੇਬਲ ਨਹੀਂ। ਸੋ ਟਸਕਰ ਇੱਕ ਇਹੋ ਜਿਹਾ ਬ੍ਰਾਂਡ ਆ ਜਿਹੜਾ ਦੁਬਈ ਐਫੀਲੀਏਟਡ ਹੈ। ਦੁਬਈ ਤੋਂ ਆਇਆ ਬ੍ਰਾਂਡ ਇੰਡੀਆ ਦੇ ਵਿੱਚ 24/7 ਫਾਰਮੇਸੀ, ਜਿਹਦੇ ਵਿੱਚ ਤੁਹਾਨੂੰ ਡਾਕਟਰਸ ਵੀ ਪ੍ਰੋਵਾਈਡ ਕਰਦੇ, ਮੈਡੀਕਲ ਅਸਿਸਟੈਂਟਸ ਵੀ ਪ੍ਰੋਵਾਈਡ ਕਰਦੇ 24/7। ਤੇ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕੀ ਹੈ, ਬਹੁਤ ਅਫੋਰਡੇਬਲ। ਠੀਕ ਹੈ, ਤੁਸੀਂ ਤੁਹਾਨੂੰ ਹੋਮ ਡਿਲੀਵਰੀ ਵੀ ਮਿਲੇਗੀ। ਇਹਦੇ ਵਿੱਚ ਤੁਹਾਨੂੰ ਜਿਹੜੇ ਡਾਕਟਰਸ ਨੇ ਉਹਨਾਂ ਦੀ ਫੀਸ ਹੈਗੀ ਸਿਰਫ 1 ਰੁਪਏ। ਇਟਸ ਐਗਜ਼ੈਕਟਲੀ ਸਮਥਿੰਗ ਦੈਟ ਇੰਡੀਆ ਵਾਂਟਸ। ਸੋ ਅਸੀਂ ਇਹ ਬ੍ਰਾਂਡ ਲੈ ਕੇ ਆ ਰਹੇ ਹਾਂ ਇੰਡੀਆ ਦੇ ਵਿੱਚ ਐਂਡ ਬਹੁਤ ਐਕਸਾਈਟਿੰਗਲੀ ਦਿਸ ਬ੍ਰਾਂਡ ਇਜ਼ ਗਰੋਇੰਗ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਘਰ ਘਰ ਪ੍ਰਾਪਰਟੀ ਦੇ ਨਾਲ ਸਿਹਤ ਵੀ ਪਹੁੰਚੇ। ਵਾਹ ਜੀ ਵਾਹ, ਕੀ ਬਾਤ। ਠੀਕ ਹੈ, ਗੱਲਬਾਤ ਕਰਾਂਗੇ ਦਸ਼ਮੇਸ਼ ਪ੍ਰਾਪਰਟੀਜ਼ ਲੁਧਿਆਣਾ ਤੋਂ ਮਨਜਿੰਦਰ ਸਿੰਘ ਬੱਬੂ ਜੀ ਦੇ ਬੇਟੇ ਮਨਜੋਤ ਸਿੰਘ ਨਾਲ। ਮਨਜੋਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥਾਈਲੈਂਡ ਇੱਕ ਟੂਰਿਸਟ ਡੈਸਟੀਨੇਸ਼ਨ, ਜੀ, ਇੱਕ ਡ੍ਰੀਮ ਡੈਸਟੀਨੇਸ਼ਨ ਹੁੰਦੀ ਹੈ ਨੌਜਵਾਨਾਂ ਦੀ, ਲੇਕਿਨ ਹੁਣ ਜਿਹੜੇ ਨੌਜਵਾਨ ਇਨਵੈਸਟਰਸ ਨੇ ਉਹ ਉੱਥੇ ਅਪਾਰਟਮੈਂਟਸ, ਫਲੈਟਸ, ਕੰਡੋਸ ਲੈ ਕੇ ਪੈਸੇ ਇਨਵੈਸਟ ਕਰ ਸਕਦੇ ਆ। ਕੀ ਐਪਰੀਸੀਏਸ਼ਨ ਹੈ, ਕੀ ਫਾਰਮੈਲਿਟੀਜ਼ ਨੇ, ਕੀ ਲੀਗੈਲਿਟੀਜ਼ ਨੇ, ਉਹ ਥੋੜੀ ਦਰਸ਼ਕਾਂ ਨਾਲ ਸਾਂਝੀ ਕਰੋ। ਸਰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਰ ਇਹ ਜਿਹੜੇ ਪ੍ਰੋਜੈਕਟਸ ਹੈਗੇ ਨੇ ਨਾ, ਇਹ ਪਹਿਲਾਂ ਤਾਂ ਹੁਣ ਕਾਫੀ ਜ਼ਿਆਦਾ ਅੱਗੇ ਨਾਲੋਂ ਇਹਨਾਂ ਦਾ ਕ੍ਰੇਜ਼ ਵੱਧ ਗਿਆ ਹੋਇਆ ਕਿ ਲੋਕਾਂ ਨੂੰ ਹੁੰਦਾ ਹੈ ਕਿ ਚਲੋ ਜੀ ਇਨਵੈਸਟਮੈਂਟ ਪੁਆਇੰਟ ਆਫ ਵਿਊ ਨਾਲ ਵੀ ਹੁੰਦਾ ਕਿ ਹੌਲੀਡੇ ਦਾ ਹੌਲੀਡੇ ਹੋ ਗਿਆ, ਟ੍ਰਿਪ ਹੋ ਗਿਆ, ਤੇ ਨਾਲ ਦੇ ਨਾਲ ਇੱਕ ਪ੍ਰਾਪਰਟੀ ਵੀ ਨਾਲ ਆਈ ਜਾਂਦੀ ਹੈ। ਬਿਲਕੁਲ ਠੀਕ। ਤੇ ਸਟਾਰਟ ਸਰ ਹੋ ਜਾਂਦੀ ਹੈ ਅਪਰੋਕਸੀਮੇਟਲੀ 2.2 ਮਿਲੀਅਨ। ਠੀਕ ਹੈ, 62 ਤੋਂ ਯਾਨੀ ਕਿ 2.5 ਰੁਪਏ ਦਾ ਬਾਠ ਮੰਨ ਕੇ ਚੱਲੀਏ ਤਾਂ ਤਕਰੀਬਨ 50 ਲੱਖ ਰੁਪਏ ਤੋਂ ਪ੍ਰਾਪਰਟੀ ਸਟਾਰਟ ਹੋ ਜਾਂਦੀ ਹੈ। ਠੀਕ ਹੈ, तो ਤੁਹਾਡੇ ਕੋਲ ਉੱਥੇ ਅਲੱਗ-ਅਲੱਗ ਆਪਸ਼ਨਸ ਹੈ। ਯੂ ਕੈਨ ਗੋ ਫॉर condos 1 BHK 2 BHK ਸਟੂਡੀਓ 3 BHK, ਉਹ ਤੁਹਾਡੇ ਤੇ ਹੈ। ਇਹ ਆਪਾਂ ਬੈਂਕਾਕ ਦੀ ਗੱਲ ਕਰ ਰਹੇ ਹਾਂ, ਪਤਾਇਆ ਦੀ ਕਰ ਰਹੇ ਹਾਂ ਕਿ ਫੁਕੇਤ ਦੀ ਕਰ ਰਹੇ ਇਹ ਸਰ ਆਪਾਂ ਪਤਾਇਆ ਦੀ ਗੱਲ ਕਰ ਰਹੇ ਹਾਂ। ਪਤਾਇਆ ਦੀ ਗੱਲ ਕਰ ਰਹੇ ਹਾਂ, ਜਿੱਥੇ ਉਹ ਬੜੀ ਫੇਮਸ ਵਾਕਿੰਗ ਸਟਰੀਟ ਹੈ, Exactly. ਉਹਦੇ ਆਸ-ਪਾਸ ਦੀ ਆਪਾਂ ਹਾਂ ਕਰ ਸਰ, ਰਹੇ ਜਿਹੜੇ ਆਪਣੇ ਪ੍ਰੋਜੈਕਟਸ ਨੇ ਇਹ ਡਾਇਰੈਕਟਲੀ ਬੀਚ ਤੇ ਨੇ। ਠੀਕ ਹੈ, ਜਿਵੇਂ ਕਿ ਬੀਚ ਫੇਸਿੰਗ ਨੇ, Beach ਬਿਲਕੁਲ facing। ਵਧੀਆ ਵਿਊ ਵਾਲੇ। ਜੀ, ਤੁਸੀਂ ਜਿੱਦਾਂ ਹੀ ਆਪਣੇ ਅਪਾਰਟਮੈਂਟ ਚੋਂ ਬਾਹਰ ਨਿਕਲੋਗੇ ਤੇ ਸਾਹਮਣੇ ਸਾਰਾ ਦਾ ਸਾਰਾ ਬੀਚ ਹੀ ਆਏਗਾ। तो ਗੱਲਬਾਤ ਕਰਾਂਗੇ ਬ੍ਰਿੰਦਾਜੀਤ ਸਿੰਘ ਹੁਣਾਂ ਨਾਲ। ਬ੍ਰਿੰਦਾ ਜੀ, ਸਤਿ ਸ਼੍ਰੀ ਅਕਾਲ, ਨਮਸਤੇ। ਸਤਿ ਸ਼੍ਰੀ ਅਕਾਲ ਜੀ, ਨਮਸਤੇ। ਡ੍ਰੀਮ ਹੋਮ ਯਾਨੀ ਕਿ ਸੁਪਨਿਆਂ ਦਾ ਘਰ, ਸੁਪਨਿਆਂ ਦਾ ਘਰ ਨਾਮ ਆਪਣੇ ਆਪ ਨੂੰ ਡਿਫਾਈਨ ਕਰ ਰਿਹਾ। ਇਹ ਸੁਪਨੇ ਜਿਹੜੇ ਲੋਕਾਂ ਦੇ ਨੇ ਇਹ ਕਿਵੇਂ ਪੂਰੇ ਕਰੂਗਾ ਤੇ 1 2 3 BHK ਕਿਸ ਪ੍ਰਾਈਸਿੰਗ ਚ ਪੂਰੇ ਕਰੂਗਾ, ਲੋਕੇਸ਼ਨ, ਇਹਦੇ ਬਾਰੇ ਖੁੱਲ ਕੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਬਿਲਕੁਲ ਸਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਭ ਨੂੰ। ਸਰ ਇਹ ਜਿਹੜਾ ਪ੍ਰੋਜੈਕਟ ਹੈਗਾ, ਜਿੱਦਾਂ ਤੁਸੀਂ ਸਹੀ ਕਿਹਾ, ਸੁਪਨਿਆਂ ਦਾ ਘਰ ਡ੍ਰੀਮ ਹੋਮਸ, ਇਹ ਡ੍ਰੀਮ ਹੋਮਸ ਬਾਈ JP ਗਰੁੱਪ। ਸਰ JP ਗਰੁੱਪ ਜਿਹੜਾ ਹੈਗਾ ਸਾਡੇ ਟਰਾਈ ਸਿਟੀ ਦਾ, ਦਿੱਲੀ NCR ਦਾ ਬਹੁਤ ਰਿਨਾਊਂਡ ਗਰੁੱਪ ਹੈਗਾ, ਬਹੁਤ ਵੱਡਾ ਨਾਂ ਹੈਗਾ। ਅਸੀਂ ਨੀਅਰ ਅਬਾਊਟ ਮਾਰਕੀਟ 'ਚ ਹੈਗੇ ਹਾਂ, 27-28 ਸਾਲਾਂ ਤੋਂ ਅਸੀਂ ਮਾਰਕੀਟ 'ਚ ਹੈਗੇ ਹਾਂ। ਬਹੁਤ ਪ੍ਰੋਜੈਕਟ ਅਸੀਂ ਆਲਰੇਡੀ ਡਿਲੀਵਰ ਕਰ ਚੁੱਕੇ ਹਾਂ ਤੇ ਬਹੁਤ ਡਿਲੀਵਰੀਜ਼ ਅਸੀਂ ਦੇ ਚੁੱਕੇ ਹਾਂ। ਤੇ ਅਸੀਂ ਹੁਣ ਜਿਹੜੀ ਵਰਕਿੰਗ ਕਰ ਰਹੇ ਹਾਂ ਉਹ ਬੇਸਿਕਲੀ ਇੱਕ ਐਕਸਕਲੂਸਿਵ ਪ੍ਰੋਡਕਟ 'ਤੇ ਵਰਕਿੰਗ ਕਰ ਰਹੇ ਹਾਂ। ਇਹ ਜਿਹੜਾ ਡ੍ਰੀਮ ਹੋਮਸ ਅਸੀਂ ਜਦੋਂ ਫਾਈਨਲ ਕੀਤਾ ਤੇ ਸਾਡੇ ਥਾਟ ਪ੍ਰੋਸੈਸ 'ਚ ਸੀਗਾ ਵੀ ਇੱਦਾਂ ਦੀ ਲੋਕੇਸ਼ਨ, ਇੱਦਾਂ ਦਾ ਘਰ ਲੋਕਾਂ ਵਾਸਤੇ ਬਣਾਇਆ ਜਾਵੇ ਜਿਹੜਾ ਲੋਕੀ ਇਨਕਮ ਵਾਸਤੇ ਵੀ ਯੂਜ਼ ਕਰ ਸਕਣ ਤੇ ਲੋਕੀ ਖੁਦ ਦੇ ਵੈਕੇਸ਼ਨ ਵਾਸਤੇ ਵੀ ਯੂਜ਼ ਕਰ ਸਕਣ, ਯਾਨੀ ਇਨਵੈਸਟਮੈਂਟ ਪਰਪਸ ਵੀ ਹੋ ਜਾਏ ਤੇ ਐਂਡ ਯੂਜ਼ਰ ਵੀ। ਕੀ ਬਾਤ ਹੈ, ਦੋਨਾਂ ਚੀਜ਼ਾਂ ਹੋ ਜਾਣ। ਠੀਕ ਹੈ ਜੀ। ਤੇ ਉਹਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਸਾਡੇ ਦਿਮਾਗ 'ਚ ਲੋਕੇਸ਼ਨ ਸੀਗੀ ਹਿਮਾਚਲ 'ਚ, ਜਦੋਂ ਆਪਾਂ ਲੋਕੇਸ਼ਨ ਫਾਈਨਲ ਕਰ ਰਹੇ ਸੀਗੇ, ਸ਼ਿਮਲਾ ਸਭ ਤੋਂ ਪਹਿਲਾਂ ਜੈਨ 'ਚ ਸੀਗਾ। ਉਹਦਾ ਰੀਜ਼ਨ ਕੀ ਸੀਗਾ ਜੀ, ਸ਼ਿਮਲਾ ਸਭ ਤੋਂ ਪਹਿਲਾਂ ਹਿਮਾਚਲ ਦੀ ਰਾਜਧਾਨੀ ਹੈ। ਬਿਲਕੁਲ ਠੀਕ। ਅੰਗਰੇਜ਼ਾਂ ਦੇ ਜ਼ਮਾਨੇ ਦਾ ਸ਼ਹਿਰ ਵਸਾਇਆ ਹੋਇਆ ਹੈ। ਬਹੁਤ ਵਧੀਆ ਚੀਜ਼ਾਂ ਉੱਥੇ ਹੈਗੀ ਜਿਹੜੀ ਲੋਕੀ ਇੰਡੀਆ ਤੋਂ ਨਹੀਂ ਬਾਹਰ ਤੋਂ ਵੀ ਦੇਖਣ ਆਉਂਦੇ ਨੇ। ਬਿਲਕੁਲ ਠੀਕ ਹੈ, ਜਿਹੜੇ ਅੰਗਰੇਜ਼ਾ ਰਿਜ ਹੋ ਗਿਆ, ਮੌਲ ਰੋਡ ਹੋ ਗਿਆ, ਜਾਖੋ ਮੰਦਿਰ ਹੋ ਗਿਆ, ਕੁਫਰੀ ਹੋ ਗਈ, ਬਹੁਤ ਅਟਰੈਕਸ਼ਨਸ ਉੱਥੇ ਹੈਗੀ। ਬਿਲਕੁਲ। ਹੁਣ ਸਾਡੇ ਦਿਮਾਗ 'ਚ ਇਹ ਚੀਜ਼ ਆ ਜੀ, ਸਾਨੂੰ MC 'ਚ ਲੈਂਡ ਪੈ ਚਾਹੀਦਾ ਸੀਗਾ ਤੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਆਫ ਸ਼ਿਮਲਾ ਦੇ ਅੰਦਰ ਲੈਂਡ
ਲੈਂਡ ਪੈਚ ਫਾਈਨਲ ਕੀਤਾ 10 ਏਕੜ ਲੈਂਡ ਹੈ ਸਰ ਟੋਟਲ। ਉੱਥੇ ਅਸੀਂ ਨੀਅਰ ਅਬਾਊਟ ਜਿਹੜੇ ਹੈਗੇ 400 ਫਲੈਟ ਬਣਾ ਰਹੇ ਹਾਂ 1 BHK 2 BHK 3 BHK ਇਹ ਕਨਫੀਗਰੇਸ਼ਨ ਰਹੇਗੀ। ਇਹ ਕਨਫੀਗਰੇਸ਼ਨ ਰਹੇਗੀ ਠੀਕ ਹੈ ਜੀ। ਜਿਹੜਾ ਸਾਰਾ ਸਿਸਟਮ ਜਿਨ੍ਹਾਂ ਦੇ ਅੰਡਰ ਹੈਗਾ ਜੋ ਕਰ ਰਹੇ ਨੇ ਦੇਖਭਾਲ ਕਰ ਰਹੇ ਨੇ ਇਹ ਸਾਡੇ ਭਾਜੀ ਕਰ ਰਹੇ ਨੇ ਦਸ਼ਮੇਸ਼ ਪ੍ਰਾਪਰਟੀ। ਦਸ਼ਮੇਸ਼ ਪ੍ਰਾਪਰਟੀ ਅੱਜ ਦੀ ਰੇਟ 'ਚ ਇੰਨਾ ਵੱਡਾ ਨਾਂ ਹੈ ਲੁਧਿਆਣੇ 3 ਪੁਸ਼ਤਾਂ ਤੋਂ ਦਸ਼ਮੇਸ਼ ਪ੍ਰਾਪਰਟੀ ਲੋਕਾਂ ਦੀ ਸੇਵਾ ਕਰਦਾ ਪਿਆ। ਲੋਕਾਂ ਵਾਸਤੇ ਵਧੀਆ ਪ੍ਰੋਜੈਕਟ ਵੱਡੇ ਪ੍ਰੋਜੈਕਟ ਜਿਹੜੀ ਉਹਨਾਂ ਦੇ ਜੇਬ ਤੇ ਭਾਰੀ ਨਾ ਹੋਣ, ਉਹਨਾਂ ਨੂੰ ਦੇਖਣ ਨੂੰ ਸਮਝਣ ਨੂੰ ਹਰ ਪਾਸੇ ਪਰਖ ਕੇ ਹਰ ਚੀਜ਼ ਇਹਨਾਂ ਦੀ ਨਜ਼ਰ ਇਦਾਂ ਦੀ ਹੈ ਵੀ ਦੂਰੋਂ ਪਰਖ ਲੈਂਦੇ ਨੇ ਚੀਜ਼ ਵਧੀਆ ਹੈ। ਲੋਕਾਂ ਵਾਸਤੇ ਵਧੀਆ ਪਰਖੀ ਹੋਈ ਚੀਜ਼ ਲੈ ਕੇ ਆਉਂਦੇ ਨੇ, ਵਧੀਆ ਉਹਨਾਂ ਨੂੰ ਰਿਟਰਨਾਂ ਦਿੰਦੇ ਨੇ। 3 ਪੀੜ੍ਹੀਆਂ ਤੋਂ ਲਗਾਤਾਰ ਲੁਧਿਆਣਾ ਦੀ ਸੇਵਾ ਕਰ ਰਹੇ ਨੇ। ਮੈਂ ਬਹੁਤ ਧੰਨਵਾਦੀ ਹਾਂ ਭਾਜੀ ਦਾ, ਬੱਬੂ ਭਾਜੀ ਦਾ ਵੀ। ਇਹਨਾਂ ਨੇ ਸਾਡੇ ਵਰਗੇ ਛੋਟੇ ਜਿਹੇ ਪ੍ਰੋਜੈਕਟ ਨੂੰ ਮੌਕਾ ਦਿੱਤਾ ਆਪਣੀ ਸੇਵਾ ਕਰਨ ਦਾ, ਸਾਡੇ ਤੋਂ ਛੋਟੀ ਜਿਹੀ ਸੇਵਾ ਲਿੱਤੀ। ਅਸੀਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਵਾਹਿਗੁਰੂ ਮਿਹਰ ਕਰੇ ਅੱਗੇ ਜਿਹੜੀ ਚੀਜ਼ ਚੱਲਦੀ ਰਹੇ। ਸੋ ਗੱਲਬਾਤ ਕਰਦੇ ਹਾਂ ਅੱਜ ਦੇ ਇਵੈਂਟ ਵਿੱਚ ਜਿਹੜੀ ਅਲੱਗ-ਅਲੱਗ ਵੱਡੀ ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ ਨੇ। ਗੁੜਗਾਉਂ ਤੋਂ ਇੱਕ ਵੱਡਾ ਨਾਮ ਆਇਆ ਐਡਵਾਂਸ ਇੰਡੀਆ ਪ੍ਰੋਜੈਕਟਸ ਲਿਮਟਿਡ। ਜੀ ਹਾਂ, AIPL ਤੁਸੀਂ ਸਭ ਜਾਣਦੇ ਹੋਵੋਗੇ। ਉੱਥੋਂ ਦੇ ਵਿਕਰਮ ਤਾਂਗਰੀ ਜੀ ਮੌਜੂਦ ਨੇ। ਵਿਕਰਮ ਜੀ ਨਮਸਕਾਰ ਔਰ ਸਵਾਗਤ ਹੈ ਬਹੁਤ-ਬਹੁਤ। ਕੀ ਲੈ ਕੇ ਆਇਆ AIPL ਆਪਣੇ ਗਾਹਕਾਂ ਵਾਸਤੇ? ਸਰ AIPL ਗੁੜਗਾਉਂ ਦੀ ਕੰਪਨੀ ਹੈ। ਅਸੀਂ ਪਿਛਲੇ 32 ਸਾਲ ਤੋਂ ਗੁੜਗਾਉਂ ਦੇ ਵਿੱਚ ਹਾਈ ਰਾਈਜ਼ ਤਿਆਰ ਕਰ ਰਹੇ ਹਾਂ। ਸਾਡੇ ਕੋਲ ਕਮਰਸ਼ੀਅਲ ਪ੍ਰੋਜੈਕਟ ਬਹੁਤ ਜ਼ਿਆਦਾ ਨੇ AIPL ਦੇ ਵਿੱਚ। ਅਸੀਂ ਟੋਟਲ 1 ਕਰੋੜ ਤੋਂ ਵੱਧ ਕਮਰਸ਼ੀਅਲ ਪ੍ਰੋਜੈਕਟ ਦੀ ਜਿਹੜਾ ਸੇਲੇਬਲ ਏਰੀਆ ਸੇਲ ਕਰ ਚੁੱਕੇ ਹਾਂ। ਕੀ ਬਾਤ ਹੈ। ਪਿਛਲੇ 32 ਸਾਲ ਤੋਂ ਬੜਾ ਨਾਮ ਕਮਾਇਆ HSDH ਨੇ। ਪੰਜਾਬ ਦੇ ਵਿੱਚ ਅਸੀਂ 5 ਪ੍ਰੋਜੈਕਟ ਲੈ ਕੇ ਆ ਚੁੱਕੇ ਹਾਂ। ਸਟਾਰਟ ਕੀਤਾ ਸੀ ਅਸੀਂ ਖੰਨਾ ਤੋਂ। ਅੰਮ੍ਰਿਤਸਰ ਦੇ ਵਿੱਚ 2 ਪ੍ਰੋਜੈਕਟ ਨੇ। ਲੁਧਿਆਣਾ ਵੀ ਲੈ ਕੇ ਆ ਗਏ 550 ਏਕੜ ਦਾ, ਜਿਹੜਾ ਕਿ ਇਸ ਤੋਂ ਵੱਡਾ ਪ੍ਰੋਜੈਕਟ ਕੋਈ ਵੀ ਨਹੀਂ ਹੈ। ਸੋ ਵਿਕਰਮ ਤਾਂਗਰੀ ਜੀ, ਅਲੱਗ-ਅਲੱਗ ਜਿਹੜੇ ਪ੍ਰੋਜੈਕਟਸ ਆ ਰਹੇ ਨੇ, ਅਲੱਗ-ਅਲੱਗ ਵੱਡੇ ਕੰਟਰੀਬਿਊਟ ਕਰ ਰਹੇ ਨੇ ਇੱਥੇ ਆ ਕੇ। ਦਸ਼ਮੇਸ਼ ਪ੍ਰਾਪਰਟੀਜ਼ ਨੇ ਇੱਕ ਹਮਲਾ ਮਾਰਿਆ, ਕੀ ਕਹਿਣਾ ਚਾਹੁੰਦੇ ਹੋ? ਸਰ ਕਹਿਣਾ ਕਿ ਇਹ ਦੇਸ਼ ਪ੍ਰਾਪਰਟੀ ਬੱਬੂ ਜੀ ਦਾ ਨਾਮ ਜਿਹਨੂੰ ਮਰਜ਼ੀ ਪੁੱਛ ਲਓ, ਠੀਕ ਹੈ ਨਾ। ਸ਼ਾਇਦ ਜਾਣਿਆ ਮੰਨਿਆ ਨਾਮ ਹੈ, ਕੋਈ ਇਦਾਂ ਦਾ ਬੰਦਾ ਨਹੀਂ ਹੋਣਾ ਜਿਹੜਾ ਪ੍ਰਾਪਰਟੀ ਨਾਲ ਰਿਲੇਟਡ ਹੋਏ ਔਰ ਬੱਬੂ ਜੀ ਦਾ ਨਾਮ ਨਾ ਜਾਣਦਾ ਹੋਵੇ। ਤੇ ਇਹਨਾਂ ਨੇ ਬੜਾ ਅੱਛਾ ਜੈਸਟਰ ਸਟਾਰਟ ਕੀਤਾ ਕਿ ਸਾਰੇ ਪ੍ਰੋਜੈਕਟ ਲੈ ਕੇ ਆਈਏ ਇਕੱਠੇ, ਤਾਂ ਕਿ ਅਵੇਅਰਨੈਸ ਇੱਕ ਹੀ ਸ਼ਾਪ ਦੇ ਵਿੱਚ ਇੱਕ ਛੱਤ ਹੇਠ ਪੂਰਾ ਇੱਕ ਛੱਤ ਹੇਠ ਸਾਰਿਆਂ ਨੂੰ ਇੱਕੋ ਹੀ ਜਗ੍ਹਾ ਤੇ ਬੈਠ ਕੇ ਨੌਲੇਜ ਮਿਲ ਸਕੇ। ਮਤਲਬ ਦਸ਼ਮੇਸ਼ ਪ੍ਰਾਪਰਟੀਜ਼ ਲਈ ਵਾਹ ਬਣਦੀ ਹੈ। ਬਿਲਕੁਲ ਜੀ, ਬਿਲਕੁਲ ਵਾਹ ਬਣਦੀ ਹੈ, ਕੋਈ ਸ਼ੱਕ ਨਹੀਂ ਜੀ, ਠੀਕ ਹੈ ਨਾ। ਸਾਰੇ ਇਕੱਠੇ ਰਲ ਕੇ ਕੰਮ ਕਰੀਏ, ਲੁਧਿਆਣੇ ਨੂੰ ਇੱਕ ਵੱਡੇ ਟਾਰਗੇਟ ਤੇ ਲੈ ਕੇ ਜਾਈਏ। ਕੀ ਬਾਤ ਹੈ, ਠੀਕ ਹੈ, ਥੈਂਕ ਯੂ। ਸੋ ਦਸ਼ਮੇਸ਼ ਪ੍ਰਾਪਰਟੀਜ਼ ਵੱਲੋਂ ਆਯੋਜਿਤ ਇਸ ਇਵੈਂਟ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ शिमला ਤੋਂ तारा देवी एन्क्लेव तो आद्या जी। गलबात करेंगे। आद्या जी नमस्कार, कैसे हैं आप? नमस्कार, बहुत बढ़िया। पहले सत श्री अकाल। बेसिक सवाल से आद्या जी बात करते हैं। हिमाचल का नाम आता है शिमला, कसौली, सोलन, हिमाचल, ये सब कुछ आता है। तो जब ये शिमला का नाम आता है तो ना पहला सवाल होता है कि क्या हम वहाँ प्रॉपर्टी खरीद सकते हैं? अगर खरीद सकते हैं तो क्या वहाँ पर हम जो रजिस्ट्रेशन होती है वो करवा सकते हैं? इसका जवाब दीजिए। जी धन्यवाद आपका। तो मैं हिमाचल का क्लियर कर दूं कि हिमाचल में लैंड या तो MC एरिया में होती है, म्यूनिसिपैलिटी के अंदर होती है, या तो TCP या पंचायत में होती है। जो हमारा प्रोजेक्ट आ रहा है ये म्यूनिसिपैलिटी एरिया में, म्यूनिसिपल लिमिट्स के अंदर है। तो इसकी सबसे बड़ी बात यह है कि इसमें 118 परमिशन की भी ज़रूरत नहीं है। एक तो रजिस्ट्री होती है, और मान लीजिए आप विला लेते हैं तो आपकी पूरी लैंड की भी रजिस्ट्री होती है और बिल्टअप की भी रजिस्ट्री होती है। मतलब जो नॉन हिमाचली है, पंजाबी है, वो या बात उसके लिए कर रहे हैं? बिल्कुल, मैं उसके लिए बात कर रही हूँ कि जो 118 परमिशन के बारे में लोग सोचते हैं, इस प्रोजेक्ट में उसकी बिल्कुल जरूरत नहीं है। तो यदि कोई NRI है, OCI है, किसी भी स्टेट का सिटीजन है, वो यहाँ पे बिना किसी परमिशन के खरीद सकता है। चाहे उसको इन्वेस्टमेंट करना है, चाहे उसको एंड यूजर बनना है, व्हाटएवर। और आपकी जो प्रोपोर्शनेट, जैसे मान लीजिए आप एक अपार्टमेंट लेते हैं तो एक पूरे ब्लॉक में यदि 7 अपार्टमेंट बने हैं, उस केस में भी आपको प्रोपोर्शनेट लैंड रजिस्ट्री मिलेगी और बिल्डअप की रजिस्ट्री मिलेगी। यदि आप विला लेते हैं तो आपको पूरे प्लेट की रजिस्ट्री मिलेगी। तो जो जितनी आपकी लैंड है, जितने पे विला बना है, उसकी रजिस्ट्री होगी प्लस बिल्डअप की ठीक है रजिस्ट्री। जी। आद्या जी, आज दशमेश प्रॉपर्टी का जो सारा इवेंट मैनेजमेंट रहा, कैसा लगा? दोनों हाथ से थम्स अप उसके लिए। ठीक है जी। मैं तो अभी यही कह रही थी उनसे कि जगह आपको कम पड़ने वाली है। आपने जिस तरह लोगों को इनवाइट किया और जिस तरह लोग आ रहे हैं, मैंने उनसे कहा कि शायद आपको कल एक दूसरा हॉल भी लेना पड़ेगा। ग्रेट रिस्पांस है। चलिए, ठीक है, धन्यवाद। धन्यवाद। सत श्री अकाल। सर जी। सो दशमेश प्रॉपर्टीज ਵੱਲੋਂ ਇੱਕ ਛੱਤ ਹੇਠ ਅਲੱਗ-ਅਲੱਗ ਬਿਲਡਰਸ ਨੂੰ ਅੱਜ ਇਕੱਠੇ ਕੀਤਾ ਗਿਆ। ਸੋ ਉਹਦੇ ਵਿੱਚ ਹੋਰ ਅੱਗੇ ਵਧਦੇ ਹਾਂ। ਦਾ ਕੰਸੂਲੇਟ ਅਪਾਰਟਮੈਂਟਸ ਸੈਕਟਰ 24 ਦਵਾਰਕਾ ਜੀ ਉਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਰਾਹੁਲ ਝਾ ਜੀ। ਰਾਹੁਲ ਜੀ ਨਮਸਕਾਰ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ। ਤੇ ਦਵਾਰਕਾ ਸੈਕਟਰ 24 ਦਾ ਕੰਸੂਲੇਟ ਅਪਾਰਟਮੈਂਟਸ ਸਾਡੇ ਜਿਹੜੇ ਗਾਹਕ ਨੇ, ਕਸਟਮਰ ਤੁਹਾਨੂੰ ਦੇਖ ਰਹੇ ਨੇ, ਉਹਨਾਂ ਵਾਸਤੇ ਕੀ ਲੈ ਕੇ ਆਏ ਹੋ? जानकारी इन्फॉर्मेशन आप साझी करें। बेसिकली हमारा द्वारका सेक्टर 24 में हमारा प्रोजेक्ट है द कॉन्सुलेट अपार्टमेंट। इनके जो डेवलपर है ऑर्चिड इंडिया इन्फॉर्मार्ट LLP। बेसिकली दिल्ली में जो भी जितने भी लैंड्स हैं जो सेक्टर 23 तक ऑलरेडी डेवलप हैं, राइट नाउ जो DDA की प्लानिंग है 3 सेक्टर को उन्होंने अभी डिक्लेयर किया, सेक्टर 25, 24 एंड 28, जिनको आप डेवलप करना है। सेक्टर 28 पूरा का पूरा हमारा कॉमर्शियल है,
सेक्टर 24 पूरा का पूरा हमारा रेसिडेंशियल है और सेक्टर 25 भी जो हमारा वो पूरा का पूरा हमारा IICC जो कन्वेंशन सेंटर बना वो भी कमर्शियल। सबसे बड़ी बात है कि दिल्ली डेवलपमेंट अथॉरिटी DDA की तरफ से प्रमाणित है पूरा। ठीक है, ठीक है। हमारे प्रोजेक्ट की सर मेन यूएसपी है कि हमारे प्रोजेक्ट के बिल्कुल IGI पास में है, द्वारका एक्सप्रेसवे पास में, IICC कन्वेंशन सेंटर पास में, डिप्लोमेटिक एम्बेसी पास में है सर, यूरिया 2 जो हमारा अर्बन एक्सटेंशन हमारे पास में ही है। DDA की जो ग्रीन फॉरेस्ट जो 200 एकड़ की जस्ट हमारे प्रोजेक्ट के बिल्कुल सामने में ही है, जो कि 50 एकड़ में हमारे ITITs कंपनी से 2 5 स्टार होटल अपकमिंग आ रहे हैं, जिनके अभी टेंडर जारी है। दिसंबर में उनकी फाइनलाइजेशन हो जाएगी, कौन से होटल्स वहाँ पे अपकमिंग आ रहे हैं। और बड़ी बात है राहुल जी, दशमेश प्रॉपर्टीज ने आज सबको आपको इकट्ठा किया है, क्या रिस्पॉन्स आ रहा है और दशमेश प्रॉपर्टीज के बारे में आप क्या कहना चाहेंगे? सर मैं ये कहना चाहता हूँ कि काफ़ी अच्छा लगा कि इन्होंने इनवाइट किया और काफ़ी अच्छा फुटबॉल है, अच्छे अच्छे क्लाइंट्स हैं, अच्छे अच्छे चैनल पार्टनर्स हैं, तो डिस्कशन करके अच्छा लग रहा है और लगता है कुछ बढ़िया ही करके जाएंगे यहाँ से। ठीक है, और आप लोगों का साथ है। सो एक छत हेठ कई अलग-अलग ਜਿਹੜੇ ਪ੍ਰੋਜੈਕਟਸ ਨੂੰ ਰਿਪਰੈਜ਼ੈਂਟੇਟਿਵਸ ਉਹਨਾਂ ਦੇ ਆਏ ਹੋਏ ਨੇ। ਗੱਲਬਾਤ ਕਰਦੇ ਹਾਂ। ਸਨਸ਼ਾਈਨ ਬਿਜ਼ਨਸ ਪਾਰਕ ਹੈ ਸੈਕਟਰ 94 ਨੋਇਡਾ ਵਿੱਚ, ਉੱਥੋਂ ਆਏ ਨੇ मनोज वर्मा जी। मनोज जी नमस्कार, स्वागत है आपका बहुत बहुत। दशमेश प्रॉपर्टीज ने आपको एक छत के नीचे लेकर आए हैं, सबको कैसा लग रहा है? दशमेश प्रॉपर्टीज आज से नहीं, तकरीबन पिछले 15 साल से मैं जान रहा हूँ, बब्बू भैया को जान रहा हूँ। इन्होंने हमेशा ही सारा एक अंडर एक रूफ के ही रखा है और उसका फील हर बंदे को मिला है, हर कंपनी को मिला है। जो जो कंपनीज इनके साथ इंडल्ज हैं, जुड़ी हुई हैं, हर किसी को इनका एक्सपीरियंस लिया है, भैया का दशमेश प्रॉपर्टी का एक्सपीरियंस लिया, तो मीन्स इस चीज को बड़ा अच्छा फील है। सो अब फिर दोबारा बात करते हैं कि दशमेश प्रॉपर्टीज का आप क्या योगदान समझ रहे हैं? आज आपको क्लाइंट्स नए नए मिलेंगे, उनके साथ बातचीत होगी, आपके प्रोजेक्ट को बढ़ावा मिलेगा, तो दशमेश प्रॉपर्टीज के लिए कुछ 2 शब्द। दशमेश प्रॉपर्टी के लिए मैं हार्डली थैंकफुल उनके लिए ऑलवेज रहा हूँ, क्योंकि आज नहीं कभी से आप 15 साल का एसोसिएशन कभी से उनका एक्सपीरियंस मैं लेता आ रहा हूँ, क्लाइंट से मिलता आ रहा हूँ। उन्होंने बहुत सपोर्ट किया है, हर लेवल पे सपोर्ट करती है दशमेश प्रॉपर्टीज। और अपने क्लाइंट्स के लिए सबसे बड़ी बात है, अपने क्लाइंट्स के लिए बहुत ट्रांसपेरेंट है, वही चीजें अपने क्लाइंट्स को देती है जो उनकी फेथफुल चीजें हैं। मतलब शाबाश तो बनती है बहुत ज्यादा जबरदस्त। ठीक है जी, चलिए ਗੱਲਬਾਤ ਕਰਦੇ हैं। उचित तौर पे पहुंचे हुए ने द वेलनेस सिटी तो नितिश भारद्वाज जी। नितिश जी नमस्कार, कैसे हैं आप? बहुत पहले तो ये नाम क्लियर करें, द वेलनेस सिटी, इंडिया फर्स्ट बायोक्लाइमेटिक टाउनशिप। सर जैसा कि आपने भी जस्ट बात की कि यहाँ पर क्या है, कैसा है द वेलनेस। वेलनेस सर मीनिंग क्या है? वेलनेस ऑफ योर फिजिकल हेल्थ, वेलनेस ऑफ योर मेंटल हेल्थ। हमने सर जो इसमें फोकस किया है बेसिकली हाउ टू लिव विद द नेचर, कि नेचर के साथ आप कैसे रह सकते हैं। और नितिश भारद्वाज जी थोड़ा ये बताएं कि दशमेश प्रॉपर्टीज ने आज सब कुछ इकट्ठा कर दिया एक रूफ के नीचे, तो ये आपको कैसा लग रहा है? सर बहुत अच्छा लगा है, बहुत अच्छे अच्छे इन्वेस्टर्स से अभी हमारी मीटिंग्स हुई हैं एंड लुधियाना के काफ़ी लोग हैं जिनसे हम कभी मिले नहीं थे, बड़े बड़े जैसे चीफ गेस्ट आए उनसे स्पेशली सर ने मिलवाया है, तो बहुत अच्छा है सर। हमारे लिए एक अच्छी अपॉर्चुनिटी है अपने आप को रिप्रेजेंट करने की, अपनी सेल्फ के लिए, प्लस हमारा जो प्रोजेक्ट है वेलनेस सिटी के लिए भी। तो कहीं ना कहीं दशमेश प्रॉपर्टीज के लिए वाह वाह तो बनती है, राइट सर। कैमरामैन राहुल कश्यप, सेवा सिंह दे नाल नवप्रीत सिंह बेदी, लुधियाना लाइव न्यूज़।